हाँ जी। गुरु फतेह जी दोबारा तो कहता कहते थू मेरी ठीक है जी। इचते होंगे ना दोबारा तो जो इदा होंगी भी फाड़ी रह जाती फिर कहते दोबारा तो आप इचना ठीक है। सॉरी गल आप करन लगे सीगे पिंडे मैंने तो लगता सी ठीक ही चल रहा पर वो बिच मैसेज आई बहुत ज़्यादा पता लग्या भी नहीं ठीक नहीं हैगा ਉਹਦੇ ਵਿੱਚ YouTube ਤੇ ਆਵਾਜ਼ ਨਹੀਂ ਸੀ ਜਾ ਰਹੀ। ਨਿਊਜ਼ੀਲੈਂਡ ਦੇ ਵਿੱਚ ਵਾਈਫਾਈ ਜਿਹੜਾ ਆ ਉਹਦੀ ਪ੍ਰੋਬਲਮ ਸੀ ਥੋੜੀ ਜਿਹੀ। ਤਾਂ ਗੱਲ ਆਪਾਂ ਭਿੰਦੇ ਬਾਰੇ ਕਰਨ ਲੱਗੇ ਸੀਗੇ। ਪਤਾ ਫੇਸਬੁੱਕ ਤੇ ਉਹਦੇ ਇੱਕ ਉਹਦੀ ਪ੍ਰੋਫਾਈਲ ਦੇ ਉੱਤੇ ਇੱਕ ਪੋਸਟ ਪਈ ਸੀ ਤੇ ਮੈਂ ਬਲਵਿੰਦਰ ਸਿੰਘ ਮਠੱਡਾ ਆਪਣਾ ਪਿੰਡ ਦਾ ਨਾਂ ਸਾਰੇ ਨੇ ਪੜ੍ਹੀ ਆ। ਉਹਦੇ ਬਾਰੇ ਕਈ ਦੋਸਤਾਂ ਮਿੱਤਰਾਂ ਦੇ ਮੈਸੇਜ ਆਏ ਭਈ ਉਹ ਕੀ ਚੱਕਰ ਆ। ਉਹ ਗੱਲ ਸੱਚ ਆ ਜੀ। ਕੇਸ ਹੋਇਆ ਸੀ ਭਿੰਦੇ ਨੇ ਉਹ ਜੋ ਲਿਖਿਆ ਆ ਪ੍ਰੋਫਾਈਲ ਤੇ ਉਹਦੀ ਤੇ ਉਹ ਭਿੰਦੇ ਨੇ ਹੀ ਲਿਖਿਆ ਆ ਤੇ ਉਹਨੇ ਕੁਝ ਪੋਸਟਾਂ ਫੇਸਬੁੱਕ ਤੋਂ ਡਿਲੀਟ ਕੀਤੀਆਂ ਤੇ ਉਹਦੇ ਲਈ ਉਹਨੇ ਮਾਫੀ ਮੰਗੀ ਆ। ਉਹ ਕਰਨ ਤੋਂ ਪਹਿਲਾਂ ਭਿੰਦੇ ਦੀ ਮੇਰੇ ਨਾਲ ਗੱਲ ਹੋਈ ਆ ਫੋਨ ਤੇ। ਉਹਨੇ ਮੈਨੂੰ ਪੁੱਛਿਆ ਆ ਵੀ ਆਹ ਆਪਸ਼ਨ ਆ ਸਾਡੇ ਕੋਲ ਆਇਆ ਪਰ ਉਹਦੇ ਤੇ ਸਾਡੀ ਸਹਿਮਤੀ ਹੋਈ ਆ ਵੀ ਤੂੰ ਪੋਸਟਾਂ ਡਿਲੀਟ ਕਰ ਦੇ ਜੋ ਲਿਖਣ ਨੂੰ ਕਹਿੰਦੇ ਆ ਲਿਖ ਕੇ ਦੇ ਦੇ ਠੀਕ ਹੈ ਜੀ। ਆਪਾਂ ਉਹਦੇ ਕਈ ਪੱਖ ਆ ਉਹ ਆਪਾਂ ਵਿਚਾਰ ਲਵਾਂਗੇ ਆਉਣ ਵਾਲੇ ਪ੍ਰੋਗਰਾਮਾਂ 'ਚ। ਮੈਂ ਅੱਜ ਜਿਹੜੀ ਮੇਨ ਗੱਲ ਸੀ ਤੁਹਾਡੇ ਨਾਲ ਕਰਨੇ ਵਾਲੀ ਅੱਜ ਦਿਨੇ ਜਿਸ ਤਰੀਕੇ ਨਾਲ ਮੈਂ ਖਬਰਾਂ ਦੇਖੀਆਂ ਇੱਥੇ ਨਿਊਜ਼ੀਲੈਂਡ ਦੇ ਵਿੱਚ NZ ਪੰਜਾਬੀ ਕਰਕੇ ਵੈਬਸਾਈਟ ਆ ਉਹ ਟਕਸਾਲੀਆਂ ਦਾ ਗਰੁੱਪ ਆ ਉਹਨਾਂ ਨੇ ਖਬਰ ਬਹੁਤ ਵੱਡੀ ਕਰਕੇ ਲਾਈ ਹੋ ਸੀ ਖਾਲਸਾ ਨਿਊਜ਼ ਤੇ ਲੱਗੀ ਹੋ ਸੀ। ਮੈਂ ਪਹਿਲਾਂ ਵੀ ਗੱਲ ਕਰਦਾ ਸੀ ਵੀ ਇੱਕ ਪਾਸੇ ਅਜਨਾਲੇ ਦੀ ਗ੍ਰਿਫਤਾਰੀ ਹੋਈ ਆ ਉਹ ਤੇ ਕੇਸ ਤੇ ਆ ਇੱਕ ਪਾਸੇ ਭਿੰਦੇ ਨੇ ਮਾਫੀ ਮੰਗੀ ਆ ਪਰ ਸਾਡੇ ਜਾਗਰੂਕ ਲਾਣੇ ਨੂੰ ਟਕਸਾਲੀਆਂ ਨੂੰ ਖਬਰ ਕਿਹੜੀ ਲੱਭੀ ਆ ਵੀ ਭਿੰਦੇ ਨੇ ਮਾਫੀ ਮੰਗ ਲਈ। ਤੁਸੀਂ ਸੋਚ ਕੇ ਦੇਖੋ ਜਿੱਦਣ ਸਾਡੇ ਚੋਂ ਕਿਸੇ ਦਾ ਕਤਲ ਹੋ ਗਿਆ ਜਿੱਦਣ ਅਸੀਂ ਨਾ ਰਹੇ ਜਿੱਦਣ ਕਿਸੇ ਕਾਰਨ ਕਰਕੇ ਰੇਡੀਓ ਬੰਦ ਹੋ ਗਿਆ ਜਿੱਦਣ YouTube ਚੈਨਲ ਨੂੰ ਲੋਕ ਲੱਗ ਗਿਆ ਉਦਣ ਕਿੰਨੀਆਂ ਖਬਰਾਂ ਬਣਨਗੀਆਂ। ਇਹਨਾਂ ਦੇ ਲਈ ਪੰਥਪ੍ਰੀਤ ਦੇ ਮੁੰਡੇ ਨੇ ਵੀ ਉਹ ਖਬਰ ਪ੍ਰਭਦੀਪ ਕਹਿੰਦਾ ਮੈਂ ਲਾਈਵ ਹੋਣਾ ਜਾਨੀ ਅਜਨਾਲੇ ਨੇ ਧੁੰਮੇ ਦੇ ਉੱਤੇ ਇਲਜ਼ਾਮ ਲਾਏ ਆ ਇੰਨੇ ਗੰਦੇ ਇੰਨੇ ਭੱਦੇ ਜਦੋਂ ਨਾ ਇਹ ਆਪਸ ਵਿੱਚ ਹੀ ਲੜਦੇ ਆ ਜੇ ਕਿਤੇ ਇਹਨਾਂ ਦੇ ਮੈਸੇਂਜਰ ਹੈਕ ਹੋ ਜਾਣ ਤੁਸੀਂ ਉਹਦੇ ਵਿੱਚ ਦੇਖੋ ਇਹਨਾਂ ਨੂੰ ਵੀ ਗਾਲਾਂ ਕਿੱਦਾਂ ਦੀਆਂ ਕੱਢਦੇ ਸ਼ਬਦ ਕਿੱਦਾਂ ਦੇ ਵਰਤਦੇ ਆ ਫਿਰ ਬਾਅਦ ਵਿੱਚ ਕਹਿੰਦੇ ਆ ਅਸੀਂ ਗੁਰਭਾਈਆਂ ਬੈਠ ਕੇ ਗੱਲ ਮੁਕਾਵਾਂਗੇ। ਇੰਨਾ ਕੁਝ ਕਹਿਣ ਦੇ ਬਾਵਜੂਦ ਉਹ ਖਬਰਾਂ ਨਹੀਂ ਲੱਗਦੀਆਂ ਠੀਕ ਹੈ। ਖਬਰ ਜਿਹੜੀ ਲੱਗਦੀ ਆ ਉਹ ਰੇਡੀਓ ਦੇ ਬਾਰੇ ਵੀ ਹੈ ਕਿਤੇ ਕੁਛ ਨਾ ਕੁਛ ਡੈਮੇਜ ਹੋ ਜਾਏ ਇਹਨਾਂ ਨੂੰ ਠੀਕ ਹੈ। ਪਹਿਲੀ ਗੱਲ ਤਾਂ ਇਹ ਆ ਜਿਹੜੇ ਦੋਸਤ ਮਿੱਤਰ ਇੰਡੀਆ 'ਚ ਬੈਠੇ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਭਰਾਵੋ ਖਿਆਲ ਰੱਖਿਆ ਕਰੋ ਕੋਈ ਕਮੈਂਟ ਕਰਦੇ ਆ ਨਾਪ ਤੋਲ ਕੇ ਕਰਿਓ ਜਿੱਥੇ ਗਲਤੀ ਹੋ ਜਾਂਦੀ ਆ। ਜਿਹੜੇ ਲੋਕ ਸਾਨੂੰ ਕਹਿੰਦੇ ਨਾ ਪੰਥਪ੍ਰੀਤ ਦੇ ਮੁੰਡੇ ਨੇ ਪੋਸਟ ਦੇ ਉੱਤੇ ਕਿਤੇ ਕਮੈਂਟ ਕੀਤਾ ਸੀਗਾ ਕਹਿੰਦਾ ਭਈ ਜ਼ਬਾਨ ਚਲਾਉਣੀ ਬੋਲਣਾ ਤਾਂ 3 ਸਾਲ ਦੇ ਬੱਚੇ ਨੂੰ ਆ ਜਾਂਦਾ ਪਰ ਚੱਜ ਨਾਲ ਬੋਲਣਾ ਸਿੱਖਣ ਲਈ ਕੁਛ ਇੱਦਾਂ ਦੀ ਗੱਲ ਕੀਤੀ ਸੀ ਵੀ ਸਾਰੀ ਉਮਰ ਲੰਘ ਜਾਂਦੀ ਆ। ਚਵਲਾਂ ਨੂੰ ਕਹਿੰਦਾ ਪਹਿਲਾਂ ਹਿਸਾਬ ਨਾਲ ਬੋਲਣਾ ਚਾਹੀਦਾ। ਭਰਾਵੋ 10-10 12-12 ਘੰਟੇ ਹਫਤੇ ਦੇ ਲਾਈਵ ਹੋਈਦਾ ਸੀ ਬਿਨਾਂ ਕੁਛ ਮੂਹਰੇ ਰੱਖਿਆ ਬਿਨਾਂ ਤੱਥਾਂ ਤੋਂ ਔਰ ਅੰਦਰ ਕੱਢ ਕੇ ਬਾਹਰ ਰੱਖ ਦਿੱਤੀਆਂ। ਜਿਹੜੇ ਦੋਸਤ ਪੁੱਛਦੇ ਆ ਨਾ ਜਿਹੜੇ ਲੋਕ ਪੁੱਛਦੇ ਆ ਵੀ ਹੋਇਆ ਕੀ ਆ ਇਹ ਇੱਕ ਲੜਾਈ ਸੀ ਇੱਕ ਯੁੱਧ ਸੀ ਜਿਹਦੇ ਵਿੱਚ ਭਿੰਦੇ ਨੇ ਮਾਫੀ ਮੰਗੀ ਆ। ਇੱਕ ਇਨਸੀਡੈਂਟ ਸੀ ਜਿਹਦੇ ਵਿੱਚ ਭਿੰਦੇ ਨੇ ਮਾਫੀ ਮੰਗੀ ਆ ਤੇ ਅੱਗੇ ਲੰਘ ਗਿਆ। ਐਗਜ਼ੈਕਟਲੀ ਜਦੋਂ ਤੁਸੀਂ ਇਤਿਹਾਸ ਨੂੰ ਇਹਨਾਂ ਦੇ ਲਿਖੇ ਹੋਏ ਇਤਿਹਾਸ ਨੂੰ ਸੁਣੋਗੇ ਤੁਹਾਨੂੰ ਯਾਦ ਆਉਣਾ ਜਦੋਂ ਕਹਿੰਦੇ ਆ 10ਵੇਂ ਪਾਤਸ਼ਾਹ ਚਮਕੌਰ ਦੇ ਵਿੱਚੋਂ ਗਏ ਆ ਤੇ ਅੱਗੇ ਜਾ ਕੇ ਉਹਨਾਂ ਦੀ ਫੌਜ ਨੇ ਘੇਰਾ ਪਾ ਲਿਆ ਉਹ ਲੱਭਦੇ ਫਿਰਦੇ ਸੀ ਤੇ ਗੁਰੂ ਸਾਹਿਬ ਉੱਚ ਦਾ ਪੀਰ ਬਣ ਕੇ ਉਹਨਾਂ ਦੇ ਮੋਢਿਆਂ ਤੇ ਬੈਠ ਕੇ ਅੱਗੇ ਨਿਕਲ ਗਏ। ਉਹਨੇ ਪੁੱਛਿਆ ਕਿ ਕੌਣ ਆ ਕਹਿੰਦੇ ਉੱਚ ਦਾ ਪੀਰ ਆ। ਇੱਕ ਇਨਸੀਡੈਂਟ ਆ ਉਹਦੇ ਵਿੱਚੋਂ ਨਿਕਲਿਆ ਜਿੰਨਾ ਇੰਪੋਰਟੈਂਟ ਆ
इस करके जिथे किते गलती हो जाती है, दुनिया के किसी भी देश के कानून के उल्ट कोई काम नहीं करना। एक जंग आ साडी, वो जंग आ पुजारीवाद के नाल। गुरु ग्रंथ साहिब के 10 गुरुआं के नाम के उत्ते बैठे हुए इन्हां श्री चंदियां प्रथी चंदियां के कब्जे के विरुद्ध जिहड़ा लोकां दे मनां ते दहल पाया है, वो दहल खत्म करना है। पुलिस नाल, कानून नाल, किसी देश नाल, आम लोकां नाल, किसी धर्म नाल, किसी नाल कोई लड़ाई नहीं हैगी, किते कोई वायलेंस की गल नहीं हैगी। जदों तुहाडे ते कोई अटैक हुंदा, कोई घटना वापरदी आ, कोई हल्ला हुंदा, आम करके 3 राह हुंदे आ साडे कोल, कुछ भी हो जाए। एक राह हुंदा आ कि असीं डट जाइए मूहरे, जिद्दां अगला आके डील करदा साडे नाल उसे तरह डील करिए, उहदियां अखां च अखां पा के कहिए। जे वो कहंदा डांग वाला बंदा, वो कहंदा सिर तोड़ दो, ते असीं भी मूहरे कहिए कि तेरा मैं तोड़ दो, तू हथ ला के दिखा लो। वो कहे कि 100 बंदा लैके मैं धरना लाऊं, असीं कहिए मैं 200 लैके आऊं। वो कहे साडे कोल खालसे आ, साडे कोल बंदे आ, असीं ऐ करांगे, असीं कहिए साडे कोल भी आ, असीं भी करांगे। पहला राह हुंदा ये। दूजा राह हुंदा आ जदों कोई इदां दी घटना वापरे, दुश्मन आवे, कुछ होवे, उत्थे बंदा गलती मन्ने, माफी मंगे उन्हां तो ते अगे निकल जावे, क्योंकि जिंदगी इंपॉर्टेंट है। तीजा राह हुंदा आ जदों कोई आउंदा आ, ओहदे मोहरे नीमा होके कुट खा लवे, ओहदे कोल ओहदी फ्रस्ट्रेशन नूं कढ दवे, ओहदी साडी पग लै जाऊगी, कुट्टणगे, कपड़े पाड़नगे, कुछ मोहरियों विरोध ना करिए, निमाणे होके कुट खा लईए गरीबां वांग ते अगे लंघ जाइए। ये 3 राह आ। हुण सोच के देखियो, पहला राह जिहड़ा मूहरे डटणे दा, साल क पहला जदों पाले गऊआं वाले ने ਉਹ ਇੱਕ ਨਾਈ ਨੂੰ ਕੁੱਟਣ ਦਾ ਕੇਸ ਹੋਇਆ ਸੀ, ਇੱਕ ਗੁਰਦੁਆਰੇ 'ਚ ਕੁੜੀ ਮੁੰਡੇ ਕੁੱਟੇ ਸੀ, ਕਈ ਕੇਸ ਇਕੱਠੇ ਹੋਏ ਸੀ। ਉਦੋਂ ਮੈਂ ਰੇਡੀਓ ਤੇ ਉਹ 1.5 ਮਿੰਟ ਦਾ ਕਲਿੱਪ ਸੀ, ਮੈਂ ਕਿਹਾ ਭਾਈ ਸੰਭਲ ਕੇ ਚੱਲੋ, ਅਜੇ ਲੋਕ ਡਰਦੇ ਆ ਤੁਹਾਡੇ ਕੋਲੋਂ, ਜਿੱਦਣ ਲੋਕ ਖੜ ਗਏ ਮੂਹਰੇ ਉਦੋਂ ਪਤਾ ਨਹੀਂ ਕੀ ਵਾਪਰਨਾ। ਤੇ ਜੇ ਅਸੀਂ 500 ਬੰਦਾ ਤਿਆਰ ਕਰ ਲਿਆ, ਤੁਸੀਂ ਗੱਲ ਤੇ ਜਾ ਕੇ ਧਰਨੇ ਲਾਉਣ ਦੀਆਂ ਧਮਕੀਆਂ ਦਿੰਨੇ ਆ, ਜੇ ਅਸੀਂ 500 ਬੰਦਾ ਤਿਆਰ ਕਰ ਲਿਆ, ਉਹ ਜਿੱਥੇ ਕਿਤੇ ਇੰਸੀਡੈਂਟ ਹੋਇਆ ਉੱਥੇ ਜਾ ਕੇ ਖੜ ਗਿਆ, ਬੂਹਾ ਖੜਕਾਇਆ, ਨਿਕਲੋ ਵਿਚਾਰ ਕਰਨੀ ਅਸੀਂ, ਫਿਰ ਕੀ ਬਣੂਗਾ। ਉਹ ਸੀ ਇਹਨਾਂ ਦੀਆਂ ਅੱਖਾਂ 'ਚ। ਹਾਲਾਂਕਿ ਉਹਦੇ 'ਚ ਮੈਂ ਕੋਈ ਵਾਇਲੈਂਸ ਦੀ ਗੱਲ ਨਹੀਂ ਸੀ ਕੀਤੀ, ਮੈਂ ਸਿਰਫ ਇੱਕ ਸਿਨਾਰੀਓ ਦਿੱਤਾ ਸੀ ਵੀ ਇਹ ਵੀ ਹੋ ਸਕਦਾ ਆ। ਉਸ ਵੇਲੇ ਚੀਕਾਂ ਨਿਕਲ ਗਈਆਂ, ਪਤਾ ਨਹੀਂ ਕਿੰਨੀਆਂ ਸ਼ਿਕਾਇਤਾਂ ਹੋਈਆਂ, ਕੋਰਟਾਂ ਤੱਕ ਗਏ ਆ ਲੋਕ। ਉਹਦਾ ਡਿਸੀਜਨ ਆਇਆ BSA ਦਾ ਪਿੱਛੇ ਮਹੀਨਾ ਪਹਿਲਾਂ, ਉਹਦੀ ਖਬਰ ਬਣਾਤੀ ਤੇ BSA ਨੇ ਠੋਕ ਦਿੱਤੇ। ਹੁਣ ਜਾਂ ਤਾਂ ਸਾਡਾ ਉਹ ਦਬਕਾ ਕਬੂਲ ਲੈਂਦੇ, ਜੇ ਤੁਸੀਂ ਜਾ ਕੇ ਕਿਸੇ ਨੂੰ ਦਬਕਾ ਮਾਰਦੇ ਉਹਨੂੰ ਯੋਧੇ ਕਹਿੰਦੇ ਆ, ਜਦੋਂ ਅਸੀਂ ਕਿਹਾ ਸੀ ਉਦੋਂ ਤੁਸੀਂ ਕਹਿੰਦੇ ਤਾਂ ਵੀ ਯੋਧੇ ਆ ਭਾਈ। ਉਹਦੇ ਬਾਰੇ ਵੀ ਖਾਲਸਾ ਨਿਊਜ਼ ਨੇ ਵੀ, ਟਕਸਾਲੀਆਂ ਨੇ ਵੀ ਇਹ ਖਬਰ ਲਾਈ ਵੀ ਦੇਖੋ ਜੀ ਇਹਨਾਂ ਨੇ ਆਹ ਕਾਨੂੰਨ ਤੋੜਿਆ ਸੀ, ਹੁਣ BSA ਨੇ ਮੰਜੀ ਠੋਕ ਦਿੱਤੀ ਆ, ਹੁਣ ਇਹਨਾਂ ਨੂੰ ਸਟੇਟਮੈਂਟ ਦੇਣੀ ਪੈਣੀ ਆ, ਅਗਲੇ ਸੈਂਚੜੇ ਮੈਂ ਦਊਂਗਾ, ਉਹਦੇ ਬਾਰੇ ਮੈਂ ਗੱਲ ਕਰੂੰਗਾ। ਪਹਿਲਾ ਰਾਹ ਸਾਡਾ ਤੁਸੀਂ ਕਬੂਲਿਆ ਨਹੀਂ। ਦੂਜਾ ਰਾਹ ਹੈਗਾ ਹੈ ਮਾਫੀ ਮੰਗਣੇ ਵਾਲਾ, ਗਲਤੀ ਮੰਨ ਕੇ ਅੱਗੇ ਜਾਣੇ ਵਾਲਾ। ਉਹ ਭਿੰਦੇ ਨੇ ਅਪਣਾ ਲਿਆ, ਤੁਸੀਂ ਉਹ ਵੀ ਨਹੀਂ ਕਬੂਲਿਆ। ਉਹ 'ਚ ਸਾਨੂੰ ਕਹਿੰਦੇ ਦੇਖੋ ਜੀ ਕਾਇਰ ਨਿਕਲੇ ਆ। ਹੁਣ ਪਹਿਲੀ ਗੱਲ, ਦੋ 'ਚੋਂ ਇੱਕ ਥਾਂ ਤਾਂ ਸਾਨੂੰ ਸ਼ਾਬਾਸ਼ੀ ਦੇ ਦਿਓ ਨਾ, ਜਾਂ ਤਾਂ ਪਹਿਲੀ ਖਬਰ ਦੇ ਉੱਤੇ ਕਹਿ ਦਿਓ ਭਈ ਜੋ ਮਰਜ਼ੀ ਆ ਯਾਰ, ਗੱਲ ਰੇਡੀਓ ਵਾਲੇ ਨੇ ਕਿਹਾ ਤਾਂ ਹੈ ਨਾ ਟਕਸਾਲੀਆਂ ਨੂੰ ਅਸੀਂ 500 ਬੰਦਾ ਲੈ ਕੇ ਆ ਜਾਵਾਂਗੇ, ਜਾਂ ਤਾਂ ਉਹ ਕਬੂਲ ਲਓ ਜਾਂ ਆਹ ਕਬੂਲ ਲਓ ਵੀ ਦੇਖੋ ਭਾਈ ਵਾਇਲੈਂਸ ਦੀ ਗੱਲ ਨਹੀਂ ਹੋਈ, ਇੱਥੇ ਅਗਲੇ ਝਗੜਾ ਕਰਨਾ ਚਾਹੁੰਦੇ ਸੀਗੇ, ਪੁਲਿਸ ਨੇ ਕਿਹਾ ਆ ਤੇ ਅਗਲੇ ਨੇ ਤੇ ਬਹੁਤ ਸਿਆਣਪ ਕੀਤੀ ਪਿੰਦੇ ਨੇ। ਹੁਣ ਰਾਹ ਤੀਜਾ ਬਚਿਆ। ਅਗਲੀ ਵਾਰ ਅਸੀਂ ਇਹਨਾਂ ਦੇ ਆਇਆ ਤੇ ਜਦੋਂ ਸਰੂਪ ਚੱਕਣ ਆਏ ਸੀ ਜਾਂ ਗੁਰਪ੍ਰੀਤ ਕੈਲੀਫੋਰਨੀਆ ਦੇ ਨਾਲ ਆਏ ਸੀ, ਮੈਂ ਤੁਹਾਡੇ ਸਾਹਮਣੇ ਉਹ ਵੀ ਕਰਕੇ ਦਿਖਾ ਦਊਂਗਾ। ਅਸੀਂ 20, 50, 100 ਬੰਦੇ ਦੇ ਸਾਹਮਣੇ ਚੱਲ ਜਾਂਗੇ, ਇੱਦਾਂ ਉਹ ਹੱਥ ਚੱਕਣਗੇ, ਕੱਪੜੇ ਪਾੜਨਗੇ, ਕੁੱਟਣਗੇ, ਲੱਤਾਂ ਬਾਹਾਂ ਭੰਨਣਗੇ, ਪੱਗ ਲਾਉਣਗੇ, ਉਹ ਵੀ ਅਸੀਂ ਪੜਾ ਕੇ ਦੇਖ ਲਾਂਗੇ। ਫੇਰ ਦੇਖਾਂਗੇ ਵੀ ਤੁਸੀਂ ਉਹ ਤੀਜਾ ਅਪਰੂਵ ਕਰਦੇ ਕਿ ਨਹੀਂ ਕਰਦੇ। ਜੇ ਉਹ ਵੀ ਨਾ ਕੀਤਾ ਫਿਰ ਤੁਹਾਨੂੰ ਪੁੱਛਣਾ ਬਣਦਾ ਸਾਡਾ ਵੀ ਦੱਸੋ ਤੁਹਾਡੇ ਹਿਸਾਬ ਨਾਲ ਰਾਹ ਅਪਣਾਉਣਾ ਕਿਹੜਾ ਚਾਹੀਦਾ। ਖਿਆਲ ਰੱਖਿਓ, ਇੱਕ ਹੁੰਦੀ ਆ ਲੜਾਈ, ਇੱਕ ਹੁੰਦੀ ਜੰਗ। ਲੜਾਈ ਬੇਸ਼ੱਕ ਹਾਰ ਜਾਓ। 10ਵੇਂ ਪਾਤਸ਼ਾਹ ਨੇ 14 ਲੜਾਈਆਂ ਲੜੀਆਂ। 6ਵੇਂ ਪਾਤਸ਼ਾਹ ਨੇ ਜਦੋਂ ਦਰਬਾਰ ਸਾਹਿਬ ਛੱਡਿਆ ਆ, ਡੈਫੀਨੇਟਲੀ ਸਰਟਨਲੀ ਨਿਸ਼ਚਿਤ ਤੌਰ ਤੇ ਉਹ ਲੜਾਈ ਹਾਰ ਗਏ ਹੋਣਗੇ।
ਤਾਂ ਹੀ ਛੱਡ ਕੇ ਗਏ ਆ। ਅਸੀਂ ਕੀ ਕਹਾਂਗੇ? 10ਵੇਂ ਪਾਤਸ਼ਾਹ ਚਮਕੌਰ ਦੀ ਲੜਾਈ ਜਿੱਤ ਕੇ ਗਏ ਆ। 10ਵੇਂ ਪਾਤਸ਼ਾਹ ਆਨੰਦਪੁਰ ਦੀ ਲੜਾਈ ਜਿੱਤ ਕੇ ਗਏ ਸੀ, ਇਹ ਕਹੋਗੇ ਤੁਸੀਂ? 6 ਮਹੀਨੇ ਘੇਰਾ ਪਿਆ ਰਿਹਾ, ਅੰਦਰ ਬੈਠੇ ਰਹੇ। ਕਦੇ ਵੀ ਜਦੋਂ ਇਹ ਬੰਦੇ ਇਹ ਕਹਿੰਦੇ ਨਾ ਵੀ ਆਪਣੇ ਆਪ ਨੂੰ ਗੁਰੂ ਸਾਹਿਬ ਨਾਲ ਤੁਲਨਾਉਂਦੇ, ਹਾਂ ਤੁਲਨਾਵਾਂਗੇ ਅਸੀਂ ਗੁਰੂ ਵਰਗੇ ਆ। ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਬਤ ਕਰਨਾ ਗੁਰੂ ਨਾਨਕ ਕਿਹੋ ਜਿਹਾ ਸੀ। ਅਸੀਂ ਗੁਰੂ ਨਾਨਕ ਤੋਂ ਸਿਆਣੇ ਬਣਨਾ ਆ। ਮਾਣ ਹੋਊਗਾ ਗੁਰੂ ਪਾਤਸ਼ਾਹ ਨੂੰ ਸਾਡੇ ਤੇ ਵੀ 500 ਸਾਲ ਬਾਅਦ ਮੇਰੀ ਅਗਲੀ ਤੋਂ ਅਗਲੀ ਪੀੜ੍ਹੀ ਮੇਰਾ ਨਾਂ ਰੋਸ਼ਨ ਕਰਕੇ ਗਈ ਹੈ। ਸਾਡੇ 'ਚ ਗੜਸਿਆ, ਸਾਡੇ 'ਚ ਨਿਸ਼ਚਾ ਆਇਆ ਇੰਨਾ, ਅਸੀਂ ਸ਼ਾਇਦ ਗੁਰਬਾਣੀ ਉਹ ਉਦਾਂ ਦੀਆਂ ਰਚਨਾਵਾਂ ਰਚੀਏ, ਅਸੀਂ ਇਤਿਹਾਸ ਰਚਾਂਗੇ ਨਵਾਂ, ਪਰ ਦੇਸ਼ਾਂ ਦੇ ਕਾਨੂੰਨ ਤੋੜ ਕੇ ਨਹੀਂ। ਕੱਲੀ ਭਿੰਦੇ ਦੀ ਗੱਲ ਨਹੀਂ ਹੈਗੀ। ਜੇ ਨਿਊਜ਼ੀਲੈਂਡ ਦਾ ਕਾਨੂੰਨ ਸਾਨੂੰ ਕਿਸੇ ਗੱਲੋਂ ਇਹ ਕਹਿੰਦਾ ਹੈ ਵੀ ਰੇਡੀਓ ਚਲਾਉਣਾ ਕਾਨੂੰਨ ਦੇ ਉਲਟਿਆ, ਤੇ ਅਸੀਂ 1 ਮਿੰਟ ਨਹੀਂ ਲਾਵਾਂਗੇ ਬੰਦ ਕਰਨੀ। ਜੇ ਉਹ ਕਹਿੰਦਾ YouTube ਦਾ ਚੈਨਲ ਬੰਦ ਹੋਣਾ ਚਾਹੀਦਾ, ਕਾਨੂੰਨ ਕਹਿੰਦਾ ਇੱਥੋਂ ਵੀਡੀਓ ਚੱਕੋ ਆਪਣੀਆਂ, ਅਸੀਂ ਮਿੰਟ ਨਹੀਂ ਲਾਵਾਂਗੇ ਵੀਡੀਓ ਚੱਕਣ ਨੂੰ, YouTube ਚੈਨਲ ਬੰਦ ਕਰਨੇ ਨੂੰ। ਰਾਹ ਲੱਭਾਂਗੇ ਦੂਜਾ, ਕਿਉਂਕਿ ਜੰਗ ਜਿੱਤਣੀ ਆ ਅਸੀਂ। ਜੰਗ ਹੈਗੀ ਆ ਉਹ ਪੁਜਾਰੀਵਾਦ ਦਾ ਕਬਜ਼ਾ। ਇਹ ਸ਼੍ਰੀ ਚੰਦੀਆਂ ਨੇ 10 ਗੁਰੂਆਂ ਦੀ ਜਾਣ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੂੰ ਧੋਖੇ ਦੇ ਕੇ ਜਿਹੜੀਆਂ ਕਰਤੂਤਾਂ ਕੀਤੀਆਂ, ਅੱਜ ਉਹ ਗੁਰਪ੍ਰੀਤ ਕੈਲੀਫੋਰਨੀਆ ਵਾਲੇ ਨੇ ਜਿੱਦਾਂ ਦੇ ਪਰਦੇ ਫੁੱਲੇ ਇਹਨਾਂ ਦੇ ਕਮਰਿਆਂ ਦੇ ਵਿੱਚ ਕੀ ਕੀ ਕਰਦੇ ਆ। ਅਜਨਾਲੇ ਨੇ ਸਾਫ਼ ਸ਼ਬਦਾਂ 'ਚ ਕਹਿ ਦਿੱਤਾ, ਧੁੰਮਾ ਕਿਹੜੀਆਂ ਕਰਤੂਤਾਂ ਕਰਦਾ। ਇਹੋ ਜਿਹੇ ਲੋਕ ਸਾਡੇ ਆਗੂ ਹੋ ਸਕਦੇ? ਉਹ ਕਹਿੰਦੇ ਸ਼ੇਰ ਸਿੰਘ, ਗਿਆਨੀ ਸ਼ੇਰ ਸਿੰਘ 10ਵੇਂ ਗ੍ਰੰਥੀ ਆ ਬੰਦਾ, ਕਹਿੰਦੇ ਉਹਨੇ ਇਲਜ਼ਾਮ ਲਾਤਾ ਵੀ ਟਕਸਾਲ ਨਿਰਮਲਿਆਂ ਤੋਂ ਨਿਕਲੀ ਹੋਆ। ਇਹ ਇਨੀ ਪਿੱਟ ਸਿਆਪਾ ਪਾ ਲਿਆ। ਗੁਰਪ੍ਰੀਤ ਕਹਿੰਦਾ ਗੁਰਬਚਨ ਸਿੰਘ ਭਿੰਡਰਾਂ ਵਾਲਾ ਵੀ ਇਹੀ ਕਹਿੰਦਾ ਵੀ ਨਿਰਮਲਿਆਂ ਤੋਂ ਚੱਲੀ ਹੋਆ। ਕੋਈ ਗੁਰੂ ਗੋਬਿੰਦ ਸਿੰਘ ਤੋਂ ਨਹੀਂ ਚੱਲੀ, ਕੋਈ ਸਾਡੇ ਆਗੂ ਨਹੀਂ ਹੈਗੇ। ਗ੍ਰੰਥੀ ਪੈਦਾ ਕਰਦੇ ਆ ਇਹ, ਜਿਹੜੀ ਸੰਥਿਆ ਉੱਥੇ ਦਿੰਦੇ ਆ, ਉੱਥੇ ਯੋਧੇ ਨਹੀਂ ਪੈਦਾ ਹੁੰਦੇ। ਉਹ ਇੱਕ ਡਰ ਆ, ਇੱਕ ਦਹਿ ਲਿਆ ਲੋਕਾਂ ਦੇ ਮਨਾਂ ਦੇ ਉੱਤੇ। ਲੋਕਾਂ ਨੇ ਇੱਕ ਪ੍ਰਭਾਵ ਕਬੂਲ ਲਿਆ ਆ ਇਹਨਾਂ ਦਾ, ਉਹ ਪ੍ਰਭਾਵ ਲਾਉਣਾ ਆਪਾਂ, ਉਹ ਮਕਸਦ ਆ ਸਾਡਾ। ਉਹਦੇ ਲਈ ਇੱਕ ਰਾਹ ਨਹੀਂ ਹੈਗਾ। ਦੇਖੋ ਨਵੇਂ ਪਹਿਲਾਂ ਇਹ ਕੁਛ ਹੋਇਆ ਨਹੀਂ, ਆਪਾਂ ਜਿਹੜਾ ਰਾਹ ਅਪਣਾਇਆ ਆ ਇਹਦੇ ਲਈ ਬਹੁਤ ਕੁਛ ਕਰਨਾ ਪੈਣਾ ਸਾਨੂੰ। ਹੋ ਸਕਦਾ ਸਾਨੂੰ ਭੇਸ ਵੀ ਬਦਲਣਾ ਪਵੇ, ਹੋ ਸਕਦਾ ਸਾਨੂੰ ਕਿਤੇ ਦੇਸ਼ ਨਿਕਾਲਾ ਮਿਲ ਜਾਏ ਭੜਕੇ ਨੂੰ। ਸਾਨੂੰ ਸਿਟੀਜ਼ਨਸ਼ਿਪਾਂ ਆਪਣੀਆਂ ਜਿਹੜੀਆਂ ਜਿਹਨਾਂ ਮੁਲਕਾਂ ਦੇ ਪੱਕੇ ਬਸਿੰਦੇ ਆ ਉਹ ਛੱਡ ਕੇ ਕਿਤੇ ਹੋਰ ਰਹਿਣਾ ਪੈ ਜਾਏ, ਕੋਈ ਪਰਵਾਹ ਨਹੀਂ ਉਸ ਗੱਲ ਦੀ। ਪਰ ਲੋਕਾਂ ਦੇ ਮਨਾਂ ਤੇ ਜਿਹੜਾ ਪਿਆ ਹੋਇਆ ਦਹਿ ਆ, ਇਹਨਾਂ ਨੂੰ ਜਿਹੜੀ ਫਿਕਰ ਆ ਨਾ, ਜਿਹੜੀ ਲੜਾਈ ਆ, ਅੱਜ ਜਿਹੜੀ ਬੁਖਲਾਹਟ ਚੜੀ ਹੋ ਇਹਨਾਂ ਨੂੰ, ਉਹ ਇਸ ਗੱਲ ਦੀ ਨਹੀਂ ਹੈਗੀ। ਪੜ੍ਹ ਕੇ ਦੇਖ ਲਿਓ ਜਿਹੜੀਆਂ ਗੱਲਾਂ, ਜਿਹੜੇ ਇਲਜ਼ਾਮ ਅਜਨਾਲੇ ਨੇ ਲਾਏ ਆ। ਇੱਕ ਚਿੱਠੀ ਲਿਖ ਕੇ ਦੇ ਕੇ ਆਇਆ DSP ਨੂੰ, ਕਹਿੰਦਾ ਇਹ ਗੁਰੂ ਗ੍ਰੰਥ ਸਾਹਿਬ ਨੂੰ ਆਮ ਕਿਤਾਬ ਦੱਸਦੇ ਆ, ਲਿਖਾ ਲਓ ਸਾਡੇ ਕੋਲੋਂ ਵੀ ਸਵਰਗਾਂ ਚੋਂ ਆਇਆ ਹੋਇਆ ਉਹ ਗ੍ਰੰਥ ਆ, ਕਿਸੇ ਰੱਥ ਦੇ ਉੱਤੇ ਚੜ੍ਹ ਕੇ ਆਇਆ। ਲਿਖ ਕੇ ਦੇ ਦਿੰਨੇ, ਅਸੀਂ ਸਾਈਨ ਕਰ ਦਿੰਨੇ ਆ, ਸਟੈਂਪਾਂ ਲਾ ਦਿੰਨੇ ਉਹਦੇ ਉੱਤੇ। ਪਰ ਜਿਹੜਾ ਤੁਹਾਡਾ ਲੱਗਦਾ ਉੱਥੇ ਛਾਪਾਖਾਨਾ ਲਾਇਆ ਆ, ਜਿਹਦੇ ਉੱਤੇ ਠੱਪ ਕਰਕੇ ਸਿਗਰਟਾਂ ਪੀਣੇ ਵਾਲੇ ਮੋਨੇ ਬੰਦੇ ਜਦੋਂ ਕੰਟੇਨਰਾਂ 'ਚ ਚੜ੍ਹ ਕੇ, ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ 'ਚ ਨਸ਼ੇ ਵਿੱਚੋਂ ਕੱਟ ਕੇ ਇੱਦਾਂ ਚਰਸਾਂ ਤੇ ਫੀਮਾਂ ਬਾਹਰ ਸਮਗਲ ਹੁੰਦੀਆਂ, ਜਦੋਂ ਚੱਕ ਕੇ ਸਾੜਦੇ ਆ, ਉਦੋਂ ਤੁਹਾਨੂੰ ਕੋਈ ਪੁੱਛੂ ਨਾ ਵੀ ਖਾਸ ਹੀ ਕੰਮ ਸੀ ਇਹ, ਉਹਦੇ ਵਿੱਚ ਦਿੱਤਾ ਹੋਇਆ ਗਿਆਨ ਖਾਸ ਸੀ। ਬੰਦ ਕਮਰਿਆਂ 'ਚ ਤੁਸੀਂ ਕੀ ਕਰਦੇ ਆ? ਗੁਰਪ੍ਰੀਤ ਨੇ ਲਿਖ ਦਿੱਤਾ ਕਿ ਜਸਪਾਲ ਸਿੰਘ ਸਿੱਧੂ ਆ ਜਿਹੜਾ, ਉਹ ਘਰ ਵਾਲੀ ਕਿਹਨੂੰ ਕਹਿੰਦਾ ਆ, ਆਪਣੀ ਵਹੁਟੀ ਕਿਹਨੂੰ ਦੱਸਦਾ ਆ। ਹੁਣ ਉਹਨਾਂ ਮੁੱਦਿਆਂ ਦੇ ਉੱਤੇ ਜਿਹੜੀ ਲੋਕਾਂ ਦੇ ਮਨਾਂ ਦੇ ਵਿੱਚੋਂ ਇਹਨਾਂ ਦੀ ਪਾਈ ਹੋਈ ਦਹਿਸ਼ਤ ਨਿਕਲ ਰਹੀ ਆ, ਉਹ ਪ੍ਰੋਬਲਮ ਹੈ। ਉਹਦੇ ਲਈ ਕੋਈ ਰਾਹ ਲੱਭਦੇ ਆ ਆਪਣੇ ਆਪ ਨੂੰ ਉਤਰਨ ਵਾਸਤੇ। ਪੰਥਪ੍ਰੀਤ ਹੋਣਾ ਕੋ ਕਰਨੇ ਨੂੰ ਕੁਛ ਨਹੀਂ ਰਿਹਾ ਨਵਾਂ, ਉਹਨਾਂ ਦੇ ਦਰਵਾਜ਼ੇ ਬੰਦ ਹੋ ਗਏ। ਹੁਣ ਉਹ ਆਪਣਾ ਜਿਹੜਾ ਫਿਊਚਰ, ਉਹਨਾਂ ਦਾ ਭਵਿੱਖ ਖਰਾਬ ਹੋ ਰਿਹਾ ਨਾ, ਉਹਨੂੰ ਰੋਕਣ ਦੇ ਲਈ ਬੁਖਲਾਏ ਪਏ ਆ। ਤਾਂ ਇਹ ਚੀਕਾਂ ਮਾਰਦੇ, ਨਹੀਂ ਤਾਂ ਇਹ ਖਬਰਾਂ ਨਹੀਂ ਹੁੰਦੀਆਂ। ਕੌਣ ਆ ਭਿੰਦਾ ਯਾਰ? ਕਿਹੜੀ ਗੱਲ, ਕਿਹੜਾ ਰੇਡੀਓ ਤੁਸੀਂ ਛੇਕ ਦਿੱਤਾ ਸਾਨੂੰ ਪੰਥ ਚੋਂ? ਕੌਣ ਜਾਣਦਾ ਰੇਡੀਓ ਨੂੰ? ਕਾਹਤੇ ਤੁਹਾਨੂੰ ਏਦਾਂ ਲੱਗਾ ਕਿ ਪ੍ਰਭਦੀਪ ਨੂੰ ਸਪੈਸ਼ਲ ਲਾਈਵ ਹੋਣਾ ਪੈ ਗਿਆ? ਲੱਗਦਾ ਨਾ ਕਿ ਦਮ ਆ।
ਇਹ ਨਹੀਂ ਹੈਗਾ ਕਿ ਤੁਹਾਡੀਆਂ ਇਹਨਾਂ ਖਬਰਾਂ ਦੇ ਨਾਲ ਅਸੀਂ ਹੌਸਲਾਹੀਣ ਹੁੰਦੇ ਆ। ਸਾਨੂੰ ਮੋਰੇ ਚਾਨਣ ਦੀਦਾ, ਸਾਨੂੰ ਰਾਹ ਦਿਸ ਪਿਆ, ਨਵੇਂ ਰਾਹ ਆ। ਪਹਿਲਾਂ ਗਿਆ ਨਹੀਂ ਕੋਈ ਇਸ ਰਾਹ ਦੇ ਉੱਤੇ ਜਿਹੜੇ ਤੇ ਅਸੀਂ ਤੁਰੇ ਆ। ਸਾਨੂੰ ਪਤਾ ਆ ਰਿਸਕ ਆ। ਰੋਜ਼ ਦੀਆਂ 10-10 15-15 ਧਮਕੀਆਂ ਮੈਂ ਅੱਗੇ ਵੀ ਦੱਸਿਆ ਸੀ। ਉਹ ਏਦਾਂ ਦੀਆਂ ਵੀ ਇੱਥੇ ਮਿਲ ਰਵੇ ਵੀ ਇੱਕ ਮੁੰਡਾ ਆ, ਮਿਲ ਰਵੇ ਦੇ ਨੰਬਰ ਤੋਂ ਕਰਦਾ ਫੋਨ, ਕਹਿੰਦਾ ਵੀ ਏਦਾਂ ਕਰਨਾ, ਲੱਤ ਵੱਢਣੀ, ਐ ਕਰਨਾ, ਐ ਕਰਨਾ। ਪਤਾ ਆ ਸਾਨੂੰ, ਪਤਾ ਦੁਨੀਆ ਦੇ ਕਿੰਨੇ ਗੁਰਦੁਆਰਿਆਂ ਤੇ ਕਬਜ਼ਾ ਆ। ਸਾਨੂੰ ਪਤਾ ਹੈ ਕਰੋੜਾਂ ਦੀ ਆਮਦਨ, ਕਰੋੜਾਂ ਡਾਲਰਾਂ ਦੀ ਆਮਦਨ ਇਹਨਾਂ ਦੀ ਇੱਕ ਮਹੀਨੇ ਦੀ ਹੈ, ਜਾਣਦੇ ਹਾਂ ਅਸੀਂ। ਐਵੇਂ ਨਹੀਂ ਇਹ ਗੱਲ। ਔਰ ਇਹ ਗੱਲਾਂ ਦੇ ਰਿਸਕ ਲੈਣੇ। ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਆਮ ਕਿਤਾਬ ਕਹਿੰਦੇ ਆ, ਦਰਬਾਰ ਸਾਹਿਬ ਦੀ ਬਿਲਡਿੰਗ ਨੂੰ ਆਮ ਇਮਾਰਤ ਕਹਿੰਦੇ। ਭਾਈ ਕਿਹੜੇ ਸਮਾਨ ਦੀ ਬਣੀ ਹੋ ਆ? ਸੰਤਾਂ ਸੋਹਣੇ ਬਣਾਇਆ ਸੀ, ਅਕਾਲ ਤਖਤ ਠਾਕਰ ਸੋਹਣੇ ਢਵਾ ਦਿੱਤਾ। ਆ ਜਿਹੜੇ ਕਮਰਿਆਂ ਦੇ ਵਿੱਚ ਬੰਦਿਆਂ ਨਾਲ ਸੌਣੇ ਵਾਲੇ ਆ, ਇਨੀ ਸਿਰ ਤੇ ਟੋਕਰੀਆਂ ਰੱਖ ਕੇ ਬਣਾਇਆ ਆ। ਉਹ ਜਦੋਂ ਦੀ ਸ਼੍ਰੋਮਣੀ ਕਮੇਟੀ ਬਣੀ ਆ, ਕਿਸੇ ਇੱਕ ਜਥੇਦਾਰ ਦਾ, ਇੱਕ ਗ੍ਰੰਥੀ ਦਾ, ਇੱਕ ਹੈੱਡ ਗ੍ਰੰਥੀ ਦਾ, ਇੱਕ ਰਾਗੀ ਦਾ, ਇੱਕ ਬੰਦੇ ਦਾ ਨਾਮ ਲੈ ਦਿਓ, ਮੈਂ ਡਾਟਾ ਕੱਢ ਕੇ ਦੱਸ ਦਿੰਦਾ ਕਿ ਕੌਣ ਕਿਹਦੀ ਤੀਵੀਂ ਨਾਲ ਕਿਹੜੇ ਟਾਈਮ ਕਿਹੜੇ ਕਮਰੇ 'ਚ ਕਿੱਥੇ ਸੌਂਦਾ ਰਿਹਾ ਆ। ਗੰਦੇ ਆ ਇਹ, ਗੰਦੇ ਆ। ਪ੍ਰਿਆ ਚਰਿੱਤਰ ਦੀ ਸੰਥਿਆ ਲੈ ਲੈ ਕੇ ਗੰਦੇ ਆਂਡੇ ਸਾਡੇ ਸਿਰਾਂ ਤੇ ਬੈਠੇ ਹੋ ਆ। ਇਹ ਇਮਾਰਤਾਂ ਦੀਆਂ ਗੱਲਾਂ ਕਰਦੇ ਆ। ਕਹਿੰਦੇ ਸਰੋਵਰ, ਅੰਮ੍ਰਿਤਸਰ ਦੇ ਸਰੋਵਰ ਨੂੰ ਗੰਦਾ ਪਾਣੀ ਕਹਿ ਦਿੱਤਾ। ਅਸੀਂ ਨਹੀਂ ਕਹਿੰਦੇ ਭਾਈ, ਤੁਹਾਡੀਆਂ ਮੱਛੀਆਂ, ਤੁਹਾਡੇ ਉੱਥੇ ਜੀਵ ਜੰਤੂ ਆ ਜਿਹੜੇ, ਉਹਨਾਂ ਦੇ ਲਈ ਸਾਈਡਾਂ ਤੇ ਬਣੀਆਂ ਹੋਈਆਂ ਟੋਇਲਟਾਂ, ਸ਼ਾਵਰ ਦੀਦੇ ਆ ਸਾਰੀ ਦੁਨੀਆ ਨੂੰ, ਜਿੱਥੇ ਉਹ ਬਾਥਰੂਮ ਕਰਕੇ ਆਉਣੀਆਂ, ਜਿੱਥੇ ਟੱਟੀ ਪਿਸ਼ਾਬ ਕਰਕੇ ਆਉਣੀਆਂ, ਸਾਰਿਆਂ ਨੂੰ ਪਤਾ ਹੈ। ਉਹ ਟਰੱਕ ਦੀਦੇ ਜਿਹੜੇ ਉਹਨਾਂ ਦਾ ਮਲ ਮੂਤਰ ਚੱਕ ਕੇ ਲੈ ਕੇ ਜਾਂਦੇ ਆ। ਅਸੀਂ ਕਾਹਨੂੰ ਕਹਿੰਦਾ ਗੰਦਾ ਪਾਣੀ? ਰਾਤ ਮੈਂ ਉੱਥੇ ਬੈਠਾ ਮਿੱਤਰਾਂ ਦੇ ਘਰ, ਮੁੰਡੇ ਦਾ ਫੋਨ ਆਇਆ, ਕਹਿੰਦਾ ਭਾਜੀ ਮੇਰੀ ਵਾਈਫ ਨੇ ਬਣਾਇਆ ਡਿਨਰ, ਮੁੰਡੇ ਨੂੰ ਦਿੱਤੀ, ਉਹਨੂੰ ਦੇਣ ਲੱਗੇ, ਕਹਿੰਦੇ ਵੀ ਕੀ ਬਣਾ? ਮੁੰਡਾ ਕਹਿੰਦਾ, ਮੁੰਡੇ ਨੇ ਪੁੱਛਿਆ ਵੀ ਕੀ ਬਣਾਇਆ? ਉਹ ਮਾਤਾ ਨੇ ਵੀ, ਮੰਮੀ ਨੇ ਕਿਹਾ ਵੀ ਅੰਮ੍ਰਿਤਸਰੀ ਫਿਸ਼ ਬਣੀ ਹੈ। ਤੇ ਉਹ ਕਹਿੰਦਾ ਇਹ ਅੰਮ੍ਰਿਤਸਰੀ ਫਿਸ਼ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਚੋਂ ਜਿਹੜੀ ਨਿਕਲਦੀ ਉਹ ਆ। ਜਵਾਬ ਨਹੀਂ ਦੇ ਹੋਣੇ। ਜਾਗਰੂਕੋ, ਪ੍ਰੋਫੈਸਰ ਦਰਸ਼ਨ ਵਾਲਿਓ, ਪੰਥਪ੍ਰੀਤ ਵਾਲਿਓ, ਧੁੰਦੇ ਵਾਲਿਓ, ਅਸੀਂ ਕੋਈ ਲੁਕੋ ਕੇ ਥੋੜੀ ਕਰਿਆ। ਤੁਹਾਨੂੰ ਝੁੱਡੂਓ, ਤੁਹਾਨੂੰ ਕੀ ਲੱਗਦਾ ਵੀ ਸਾਨੂੰ ਪਤਾ ਨਹੀਂ ਸੀ ਵੀ ਫੇਸਬੁੱਕ ਦੇ ਉੱਤੇ ਉਹ ਡਿਲੀਟ ਹੀ ਨਹੀਂ ਸੀ ਹੋ ਸਕਦੀ? ਫੇਸਬੁੱਕ ਹੈਕ ਨਹੀਂ ਸੀ ਹੋ ਸਕਦੀ? ਪਤਾ ਕਿੰਨੇ ਰਾਹ ਸੀ। ਜੇ ਤੁਹਾਨੂੰ ਦੱਸ ਦਿੱਤਾ ਨਾ ਵੀ ਉੱਥੇ ਹੋਇਆ ਕੀ ਆ, ਸ਼ਰਮ ਨਾ ਮਰਨਾ ਤੁਸੀਂ। ਅਸੀਂ ਹਰ ਦੇਸ਼ ਦੇ ਕਾਨੂੰਨ ਦੀ ਰਿਸਪੈਕਟ ਕਰਦੇ ਹਾਂ। ਪੰਜਾਬ ਦੇ ਵਿੱਚ ਰਹਿਣੇ ਵਾਲੇ ਨੂੰ ਸਾਰਿਆਂ ਨੂੰ ਬੇਨਤੀ ਆ ਵਾਰ-ਵਾਰ, ਭਾਈ ਕਦੇ ਵੀ ਕਾਨੂੰਨ ਦੇ ਨਾਲ ਕੋਈ ਇਦਾਂ ਦਾ ਖਿਲਵਾੜ ਨਾ ਕਰਿਓ। ਜਿੱਥੇ ਅਗਲਾ ਹਦਾਇਤ ਕਰਦਾ ਆ, ਪਹਿਲੀ ਗੱਲ ਕਿਸੇ ਹੋਰ ਦੀ ਪੋਸਟ ਤੇ ਜਾ ਕੇ, ਕਿਸੇ ਹੋਰ ਦੇ ਲਾਈਵ ਵਿੱਚ ਆ ਕੇ, ਕਿਸੇ ਹੋਰ ਦੇ ਫੇਸਬੁੱਕ ਦੇ ਪ੍ਰੋਫਾਈਲ ਤੇ ਜਾ ਕੇ ਕੋਈ ਕਮੈਂਟ ਨਾ ਕਰੋ। ਆਪਣੇ ਇਮੋਸ਼ਨ ਨੂੰ ਦਬਾ ਕੇ ਰੱਖੋ। ਕੋਈ ਕੰਮ ਕਰ ਰਿਹਾ ਹੈ, ਤੁਹਾਨੂੰ ਖੁਸ਼ੀ ਹੁੰਦੀ ਆ, ਉਹਦਾ ਇਜ਼ਹਾਰ ਕਰਨ ਲਈ ਤੁਹਾਨੂੰ ਬਹੁਤਾ ਕੁਝ ਕਰਨ ਦੀ ਲੋੜ ਨਹੀਂ ਹੈਗੀ। ਉਹਦਾ ਆਨੰਦ ਮਾਣੋ। ਖੁਸ਼ੀ ਨੂੰ ਆਪਣੇ ਆਪ ਨਾਲ ਜੀਵੀਦਾ ਹੁੰਦਾ, ਜੀਣਾ ਸਿੱਖ ਲਓ। ਜਦੋਂ ਜ਼ਿੰਦਗੀ ਵਿੱਚ ਨਾ ਕੁਝ ਉਹ ਵਾਪਰਦਾ ਆ ਜੋ ਅਸੀਂ ਕਰਨਾ ਚਾਹੁੰਦੇ ਹੁੰਦੇ ਆ, ਤਾਂ ਬੰਦੇ ਦੇ ਦਿਮਾਗ ਦੀ ਹਾਲਤ ਉਦਾਂ ਦੀ ਹੋ ਜਾਂਦੀ ਜਿੱਦਾਂ ਦਾ ਕਿਸੇ ਨਾਲ ਅਫੇਅਰ ਹੁੰਦਾ ਆ, ਜਿੱਦਾਂ ਕਿਸੇ ਨਾਲ ਇਸ਼ਕ ਹੋਇਆ ਹੁੰਦਾ। ਉਦੋਂ ਜੀ ਕਰਦਾ ਚੀਕਾਂ ਮਾਰੀਏ, ਰੌਲਾ ਪਾਈਏ, ਸਾਰਿਆਂ ਨੂੰ ਦਸੀਏ ਕਿ ਆਹ ਇੰਨੀ ਵਧੀਆ ਗੱਲ ਆ, ਪਰ ਉਹਨੂੰ ਦਬਾ ਕੇ ਰੱਖੀਦਾ ਹੁੰਦਾ। ਇੱਜ਼ਤ ਰੁਲ ਜਾਂਦੀ ਆ, ਸਾਰੇ ਨਹੀਂ ਸਮਝਦੇ ਹੁੰਦੇ, ਉਹਨੂੰ ਮੁਸ਼ਕਲ ਬਣਦੀ ਆ। ਆਪਣੇ ਆਪ ਨਾਲ ਸਵਾਦ ਲਓ ਉਸ ਫੀਲਿੰਗ ਦਾ। ਬਸ ਜਿਹੜੀਆਂ ਗੱਲਾਂ ਕਰਨੇ ਵਾਲੀਆਂ ਅਸੀਂ ਕਰਦੇ ਨਹੀਂ ਆਇਆ। ਵੱਖਰਾ ਰਾਹ ਆ, ਨਵਾਂ ਰਾਹ ਆ। ਜਦੋਂ ਜਾਈਦਾ ਨਾ ਇੱਦਾਂ ਨਵੇਂ ਰਾਹਾਂ ਤੇ, ਵੱਖਰੇ ਰਾਹਾਂ ਤੇ, ਪਤਾ ਨਹੀਂ ਹੁੰਦਾ, ਰਿਸਕ ਬੜਾ ਹੁੰਦਾ, ਖਤਰੇ ਹੁੰਦੇ ਆ। ਕਈ ਵਾਰ 2-4 ਕਿਲੋਮੀਟਰ, 10-50 ਕਿਲੋਮੀਟਰ ਜਾ ਕੇ ਮੁੜਨਾ ਪੈ ਜਾਂਦਾ, ਉੱਥੋਂ ਮੁੜ ਲਈਦਾ ਹੁੰਦਾ। ਤਾਂ ਕੀ ਐਡਵੈਂਚਰ ਆ ਯਾਰ, ਕੁਛ ਨਹੀਂ ਹੋਣ ਲੱਗਾ। ਇੱਜ਼ਤ ਬੇਇੱਜ਼ਤੀ ਦੇ ਪੈਮਾਨੇ ਨਵੇਂ ਮਿਥਾਂਗੇ ਅਸੀਂ ਦੱਸਾਂਗੇ। ਬਲਜਿੰਦਰ ਆ ਜੀ ਗੱਲ ਕਰਨੀ ਚਾਹੁੰਦਾ। ਹਾਂਜੀ ਹਾਂਜੀ ਗੁਰੂ ਫਤਿਹ ਜੀ।
ਹਾਂਜੀ ਗੁਰਫਤਿਹ ਕਿੱਦਾਂ? ਠੀਕ ਹੈ ਜੀ। ਮੈਂ ਤਾਂ ਤੁਸੀਂ ਕਹਿੰਦੇ ਸੀ ਰਾਹ ਚੱਲਣਾ, ਮੈਂ ਕਿਹਾ ਇੱਕ ਰਾਹ ਹੋਰ ਵੀ ਹੈਗਾ ਉਹਦਾ। ਉਹ ਰਾਹ ਇਹ ਹੈ, ਤੁਸੀਂ ਕਹਿ ਦੋ ਘੁੰਮਦੇ ਹੋ ਮੇਰੀ ਆਵਾਜ਼ ਦੱਬ ਕੀਤੀ ਹੈ। ਜੋ ਤੁਹਾਨੂੰ ਪਤਾ ਲੱਗ ਗਿਆ ਤੁਸੀਂ ਹੁਣ ਮਤਲਬ ਕੋਈ ਬੰਦਾ ਤੁਹਾਨੂੰ ਕਹੇ ਉਹ ਸਾਲੇ ਤੁਹਾਨੂੰ ਕਹਿਣ ਗਾ ਕੇ ਕਹਿਣ ਤੁਸੀਂ ਭਾਈ ਤੇਰੀਆਂ ਪੋਸਟ ਹੈ ਤੂੰ ਇਹ ਜਿਹੜਾ ਕੀਤਾ ਵੀ ਇੰਡੀਆ ਦੇ ਕਾਨੂੰਨ ਦੇ ਮੁਤਾਬਕ ਤੁਸੀਂ ਇਹ ਚੀਜ਼ ਨਹੀਂ ਦੇਖ ਸਕਦੇ। ਤੇ ਤੁਸੀਂ ਕਹਿ ਦੋ ਨਾ ਪਤਾ ਹੀ ਨਹੀਂ ਮੇਰੇ ਨਾਮ ਤੇ ਕਿੱਥੇ ਬਣਾ ਰੱਖੀ ਹੈ, ਮੇਰੀ ਥੋੜੀ ਪਤਾ ਹੀ ਕੌਣ ਬਣਾਈ ਜਾਂਦਾ ਹੈ। ਮੈਂ ਤਾਂ ਇੰਡੀਆ ਬੈਠਾ, ਮੈਨੂੰ ਕੀ ਪਤਾ ਤੇ ਨਿਊਜ਼ੀਲੈਂਡ ਤੇ ਚੱਲੀ ਜਾਂਦੀ ਆ। ਪਤਾ ਨਹੀਂ ਤਾਂ ਇੱਦਾਂ ਕਹਿ ਦੋ ਤੁਸੀਂ ਉਹ ਰਾਹ ਜਾਗਰੂਕ ਉਸ ਰਾਹ ਚ ਖੁਸ਼ ਹੈ। ਉਹਨਾਂ ਨੂੰ ਲੱਗਦਾ ਜੇ ਤੂੰ ਗੱਲ ਕਹਿੰਦਾ ਵੀ ਨਾ ਜਾਪ ਸਾਹਿਬ ਵਾਲਾ ਮੈਂ ਨਹੀਂ ਹੋਇਆ ਤਾਂ ਮੇਰੀ ਤਾਂ ਵਾਇਦਾ ਪਤਾ ਨਹੀਂ ਉਹਨਾਂ ਨੇ ਮੈਂ ਹੁਣ ਕੀ ਕਰਾਂ ਉਹਦੇ ਜਾਂ ਫਿਰ ਤੁਸੀਂ ਇਹ ਕਹੋ ਵੀ ਤੁਸੀਂ ਮੁੱਕਰ ਜਾਓ ਜਦੋਂ ਧੁੰਦੇ ਨੇ ਦਰਬਾਰ ਸਾਹਿਬ ਵਾਲੇ ਮਸਲੇ ਦੇ ਉੱਤੇ ਜਦੋਂ ਰੌਲਾ ਪਿਆ ਏਦਾਂ ਦੇ ਕਿਹਾ ਸਿੱਧਾ ਸੀਗਾ ਉਹਨੇ ਮਤਲਬ ਦਸਮ ਗ੍ਰੰਥੀ ਰਚਨਾਵਾਂ ਪੜ੍ਹੀਆਂ ਜਾਂਦੀਆਂ ਤਾਂ ਵਿਸ਼ਵਾਵਾਂ ਦੀ ਪੂਰੀ ਨੂੰ ਮਾਫ ਹੋ ਗਈਆਂ ਉਹ ਪਰ ਜਦੋਂ ਹੋਇਆ ਤਾਂ ਫਿਰ ਮੁੱਕਰ ਜਾਓ ਤੁਸੀਂ ਫਿਰ ਕੀ ਹੁੰਦਾ ਜੋ ਤਾਂ ਕਹਿੰਦਾ ਸੀ ਮੁੱਕਰ ਜਾਈਦਾ ਆਪਾਂ ਮਿੰਟ ਚ ਆਪਾਂ ਨੂੰ ਗੱਲ ਹੁੰਦੀ ਹੈ ਤੁਸੀਂ ਚਲੋ ਨਹੀਂ ਮੈਂ ਤਾਂ ਕਾਨਾਂ ਦੇ ਨਾਲ ਹੀ ਗੱਲ ਕਰਦਾ ਸੀ ਇਹਨੂੰ ਇਹ ਕਹਿੰਦੇ ਗਿਆ ਵੀ ਇਹ ਹੈ ਹੁੰਦੀ ਹੈ ਮਹਾਨ ਬਤਾਏਗਾ ਜਿਹੜੀ ਤੁਸੀਂ ਕੀਤੀ ਆ ਵੀ ਜੇ ਤੁਹਾਨੂੰ ਪੁਲਿਸ ਵਾਲਿਆਂ ਨੇ ਬਣਾਇਆ ਤੁਹਾਡੀ ਆਈ ਹੈ ਤੁਸੀਂ ਕਹਿੰਦਾ ਹਾਂਜੀ ਮੇਰੀ ਆਈ ਹੈ ਉਹਨਾਂ ਨੇ ਕਿਹਾ ਕਿ ਪੋਸਟਾਂ ਤੋਂ ਲਿਖੀਆਂ ਤੂੰ ਪਾਈਆਂ ਅਸੀਂ ਕਹਿੰਦਾ ਹਾਂਜੀ ਅਸੀਂ ਲਿਖੀਆਂ ਅਸੀਂ ਪਾਈਆਂ ਏਦਾਂ ਉਹਨਾਂ ਨੇ ਕਹਿੰਦਾ ਵੀ ਨਹੀਂ ਜਿਹੜਾ ਇੰਡੀਆ ਦਾ ਕਾਨੂੰਨ ਆ ਉਹਦੇ ਮੁਤਾਬਕ ਤੁਸੀਂ ਆਹ ਪੋਸਟਾਂ ਜਿਹੜੀਆਂ ਨਹੀਂ ਪਾ ਸਕਦੇ ਤਾਂ ਉਹਨਾਂ ਨੇ ਕਹਿੰਦਾ ਠੀਕ ਹੈ ਕੀ ਹਾਲ ਅਗਲਾ ਕਹਿੰਦਾ ਇਹਨੂੰ ਡਿਲੀਟ ਕਰੋ ਤੇ ਤੁਸੀਂ ਲਿਖੋ ਵੀ ਆਹ ਪੋਸਟਾਂ ਜਿਹੜੀਆਂ ਮੈਂ ਪਾਈਆਂ ਗਲਤ ਲਿਖੀਆਂ ਪ੍ਰੋਸੀਜਰ ਫੋਲੋ ਕਰਨਾ ਪੈਂਦਾ। ਤੁਸੀਂ ਕਿਤੇ ਵੀ ਜਾਂਦੇ ਹੋ ਤੁਸੀਂ ਤੁਹਾਨੂੰ ਪ੍ਰੋਸੀਜਰ ਫੋਲੋ ਕਰਨਾ ਪੈਂਦਾ। ਤੁਸੀਂ ਮਸਟ ਹੈ ਡੈਮੋਕ੍ਰੇਸੀ ਦਾ ਜ਼ਮਾਨਾ ਹੈ ਤੁਸੀਂ ਅਰਬ ਕੰਟਰੀ ਚ ਚਲੇ ਜਾਓ ਅਰਬ ਕੰਟਰੀ ਦੇ ਵਿੱਚ ਇੰਡੀਆ ਨਾਲੋਂ ਵੀ ਕਮ ਸਖਤ ਹੈ ਉੱਥੇ ਜੇ ਤੁਸੀਂ ਕੋਈ ਕੰਮ ਐਸਾ ਕਰੋਗੇ ਤਾਂ ਤੁਹਾਨੂੰ ਉਹਦਾ ਕੋਈ ਨਹੀਂ ਅਰਬ ਦੇ ਸਾਡੇ ਕਾਨੂੰਨ ਦੇ ਮੁਤਾਬਕ ਤੁਸੀਂ ਭਾਵੇਂ ਤੁਸੀਂ ਕਹਿ ਲਓ ਵੀ ਦੇਖੋ ਜੀ ਨਿਊਜ਼ੀਲੈਂਡ ਸਾਨੂੰ ਆਜ਼ਾਦੀ ਹੈ ਫਰੀਡਮ ਆਫ ਸਪੀਚ ਹੈ ਕਰ ਸਕਦੇ ਹਾਂ ਅਸੀਂ ਅਗਲਾ ਉਹ ਨਹੀਂ ਅਰਬ ਕੰਟਰੀ ਦੇ ਵਿੱਚ ਆਜ਼ਾਦੀ ਨਹੀਂ ਜੇ ਤੁਸੀਂ ਸਾਡੀ ਕੰਟਰੀ ਦੇ ਵਿੱਚ ਆ ਕੇ ਕੋਈ ਕੰਮ ਕਰਨਾ ਤਾਂ ਫਿਰ ਨਹੀਂ ਤੁਸੀਂ ਕਰ ਸਕਦੇ ਇਹ ਕੰਮ ਦੇਖੀਏ ਅਗਲਾ ਕਹਿੰਦਾ ਸਾਡੀ ਤਾਂ ਗੁਰਦੁਆਰੇ ਕੋਈ ਬੰਦਾ ਆਉਂਦਾ ਸਾਡੇ ਮਤਲਬ ਗੋਰਾ ਆਇਆ ਕੋਈ ਏਦਾਂ ਤੇ ਆ ਕੇ ਜਦੋਂ ਲੱਗੇ ਸਰ ਕੋਈ ਸ਼ੂਜ਼ ਪਾ ਕੇ ਅੰਦਰ ਕੰਮ ਲੱਗਿਆ ਏਦਾਂ ਬਾਹਰ ਵੜ ਕੇ ਬੰਦਾ ਕਹਿੰਦਾ ਵੀ ਹੈਲੋ ਕਿੱਧਰ ਚੱਲਿਆ ਏਦਾਂ ਤੈਨੂੰ ਪਤਾ ਹਾਲੇ ਗੁਰਦੁਆਰਾ ਦਾ ਪ੍ਰੋਟੋਕੋਲ ਹੈ ਯਾਰ ਸ਼ੂਜ਼ ਬਾਹਰ ਲਾ ਤੇ ਸਿਰ ਢਾਕਾ ਹੁੰਦਾ ਅਗਲਾ ਕਹਿੰਦਾ ਅੱਛਾ ਸੋਰੀ ਸਾਡੇ ਘਰ ਸੁੱਤਾ ਕੋਈ ਨਹੀਂ ਪ੍ਰੋਬਲਮ ਹੈ ਸ਼ੂਜ਼ ਪਾ ਲਈ ਜਿਸ ਕਿੱਟਾ ਹੋਈ ਗੱਲ ਵੀ ਠੀਕ ਹੈ ਮੈਂ ਤੋਂ ਮੈਂ ਤੁਹਾਡੇ ਤੋਂ ਸਾਰਿਆਂ ਤੋਂ ਮਾਫੀ ਸੋਰੀ ਕਹਿੰਦੇ ਮੈਂ ਨਾਲੇ ਮੈਂ ਸਿਰ ਢਾਕ ਲੈਂਦਾ ਸ਼ੂਜ਼ ਪਾ ਲੈ ਸ਼ੂਜ਼ ਲਾ ਲੈਂਦਾ ਇਹਦੇ ਵਿੱਚ ਵੀ ਜਿੱਥੇ ਵੀ ਤੂੰ ਇਹੀ ਗੱਲ ਤਾਂ ਇਹਦੇ ਚ ਆਪਣਾ ਰੋਂਦੇ ਆ ਰੇਡੀਓ ਦੇ ਉੱਤੇ ਵੀ ਭਾਈ ਜਿਹੜੀ ਸੰਸਥਾ ਦਾ ਜਿਹੜਾ ਪ੍ਰੋਟੋਕੋਲ ਹੈ ਨਾ ਤੁਹਾਨੂੰ ਮੰਨਣਾ ਪਊਗਾ। ਬਿਲਕੁਲ ਉਦਣ ਵੀ ਗੱਲ ਹੁੰਦੀ ਸੀ ਨਾ ਬਈ ਲਖਵੀਰ ਸਿੰਘ ਗੱਲ ਕਰਦੇ ਸੀਗੇ ਬਈ ਤੁਸੀਂ ਕਿਸੇ ਵੀ ਜਗ੍ਹਾ ਤੇ ਜਾ ਕੇ ਜਿੱਦਾਂ ਪ੍ਰੋਫੈਸਰ ਦਰਸ਼ਨ ਕਹਿੰਦਾ ਸੀ ਵੀ ਦਰਬਾਰ ਸਾਹਿਬ ਆ ਉਹ ਕਹਿੰਦੇ ਵੀ ਇੱਥੇ ਰਾਗੀ ਆਇਆ ਪੱਗਾਂ ਬਣ ਸਕਦੇ ਆ ਇਹ ਆਰਗੂ ਕਰਦਾ ਉਹਨਾਂ ਨਾਲ ਉਹ ਨਹੀਂ ਚੱਲਣਾ। ਬਲਜਿੰਦਰ ਸਿੰਘ ਜਿੱਦਣ ਸਾਡੇ ਤੇ ਸਵਾਲ ਉੱਠਣੇ ਆ ਨਾ ਦੇਖੋ ਜਿਹੜੇ ਨਾ ਜਦੋਂ ਤੁਸੀਂ ਸਾਊਥ ਵਾਲੇ ਪਾਸੇ ਜਾਂਦੇ ਆ ਉਹ ਲੋਕ ਕਹਿੰਦੇ ਆ ਵੀ ਇੰਡੀਆ ਦੇ ਵਿੱਚ ਜਿਹੜੇ ਬ੍ਰਾਹਮਣ ਆ ਨਾ ਜਿਹਨਾਂ ਨੂੰ ਹਿੰਦੂ ਕਹਿੰਦੇ ਆ ਇਹ ਲੋਕ ਹੈਗੇ ਬਾਹਰੋਂ ਆਏ ਹੋਏ ਇਹਨਾਂ ਨੇ ਆ ਕੇ ਜਿਹੜੇ ਕਹਿੰਦੇ ਦਰਾਵੜ ਲੋਕ ਸੀ ਇੱਥੇ ਦੇ ਜਿਨ੍ਹਾਂ ਦਾ ਹੀਰੋ ਸੀ ਰਾਵਣ ਉਹਨਾਂ ਨੂੰ ਇੱਥੋਂ ਭਜਾ ਦਿੱਤਾ ਤੇ ਜਿਹੜੇ ਲੋਕ ਇਹਨਾਂ ਦੀ ਈਨ ਮੰਨ ਗਏ ਉਹ ਸ਼ੂਦਰ ਤੇ ਵੈਸ਼ ਬਣਾ ਕੇ ਆਪਣੇ ਕਬਜ਼ੇ 'ਚ ਕਰ ਲਏ ਜਿਹੜੇ ਨਹੀਂ ਮੰਨੇ ਉਹ ਕੱਢ ਦਿੱਤੇ ਪਰੇ ਧੱਕ ਦਿੱਤੇ ਖਤਮ ਕਰ ਦਿੱਤੇ ਮਾਰ ਦਿੱਤੇ। ਅੱਛਾ ਉਹਨਾਂ ਦਾ ਮੰਨਣਾ ਆ ਵੀ ਜਿਹੜਾ ਹਰਨਾਕਸ਼ ਆ ਨਾ ਉਹ ਕਹਿੰਦੇ ਸਾਡਾ ਹੀਰੋ ਸੀ ਉਹ ਪ੍ਰਹਲਾਦ ਵਿਕ ਗਿਆ ਸੀ ਜਿੱਦਾਂ ਪੰਜਵੇਂ ਪਾਤਸ਼ਾਹ ਵੇਲੇ ਪ੍ਰਿਥੀ ਚੰਦ ਸੀ ਜੇ ਨਾ 500 ਸਾਲ ਅਸੀਂ ਜਿੱਦਾਂ ਅੱਜ ਤੋਂ 10 ਸਾਲ ਪਹਿਲਾਂ ਸਾਡੀ ਹਾਲਤ ਸੀ ਚੁੱਪ ਸੀ ਅਸੀਂ ਜੇ 500 ਸਾਲ ਅਸੀਂ ਇਦਾਂ ਚੱਲੀ ਗਏ ਤਾਂ ਸ਼੍ਰੀ ਚੰਦ ਹੀਰੋ ਬਣਨਾ ਆ ਸ਼੍ਰੀ ਚੰਦ ਹੋਣਾ ਪ੍ਰਹਲਾਦ ਗੁਰੂ ਨਾਨਕ ਹੋਣਾ ਹਰਨਾਕਸ਼
ਇਹਨਾਂ ਨੇ ਉਹ ਕਹਿੰਦੇ ਆ ਵੀ ਇਹਨਾਂ ਨੇ ਬ੍ਰਾਹਮਣ ਨੇ ਉਹ ਕਹਾਣੀ ਮਿਥਿਆਸ ਉਲਟਾ ਕਰ ਦਿੱਤਾ। ਜਿਹਨੂੰ ਇਹ ਵਿਸ਼ਨੂੰ ਕਹਿੰਦੇ ਆ, ਜਿਹਨਾਂ ਨੂੰ ਅਵਤਾਰ ਕਹਿੰਦੇ ਆ, ਉਹ ਗੁੰਡੇ ਸੀ, ਲੁੱਚੇ ਸੀ ਸਿਰੇ ਦੇ। ਉਹ ਇੰਦਰ ਦੇਵਤੇ, ਸ਼ਿਵਜੀ ਦੇਵਤੇ ਵਰਗਿਆਂ ਦੀਆਂ ਕਹਾਣੀਆਂ ਨੂੰ ਲੁਕਾਉਂਦਾ ਵੀ ਉਹ ਲੁਕੋ ਨਹੀਂ ਸਕਿਆ। ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪ੍ਰਹਲਾਦ ਦੀ ਉਪਮਾ ਹੋਈ ਓ ਆ। ਹੁਣ ਜਿਹੜੇ ਉਹ ਲੋਕ ਆ, ਜਦੋਂ ਉਹ ਪੜ੍ਹਦੇ ਸੁਣਦੇ ਹੋਣਗੇ, ਉਹ ਕੀ ਕਹਿੰਦੇ ਹੋਣਗੇ ਸਾਡੇ ਬਾਰੇ? ਪਰ ਗੁਰੂ ਸਾਹਿਬ ਨੇ ਜੋ ਮਿਥਿਆਸ ਦਾ ਚੈਪਟਰ ਸੀ ਨਾ ਸਾਹਮਣੇ, ਉਹਦੀ ਉਦਾਹਰਣ ਦੇ ਕੇ ਗੱਲ ਕੀਤੀ ਆ। ਜਿਹੜੇ ਸਕਾਲਰ ਆ, ਜਦੋਂ ਉਹਨਾਂ ਨੇ ਦੇਖਣਾ, ਉਹਨੇ ਕਹਿਣਾ ਇਹ ਤਾਂ ਠੀਕ ਨਹੀਂ ਗੱਲ, ਇਹਦੀ ਖੋਜ ਨਹੀਂ ਹੋਈ। ਉਹਨਾਂ ਨੇ ਸਮੇਂ ਚ ਅਗਲੇ ਨੇ ਹਵਾਲੇ ਦੇਣੇ ਆ। ਉਹ ਝਾਰਖੰਡ ਦੀ ਦੱਸਦੇ ਆ ਕਿ ਉੱਥੇ ਮੁੱਖ ਮੰਤਰੀ ਬਣ ਗਿਆ ਉਹਨਾਂ ਦਾ ਟ੍ਰਾਈਬਸ ਵਾਲਿਆਂ ਦਾ। ਉਹਨੂੰ ਜਦੋਂ ਦੁਸਹਿਰੇ ਤੇ ਰਾਵਣ ਨੂੰ ਅੱਗ ਲਾਉਂਦਾ ਸੀ ਮੁੱਖ ਮੰਤਰੀ, ਜਦੋਂ ਉਹ ਬਣਿਆ ਤੇ ਉਹ ਕਹਿੰਦਾ ਮੈਂ ਨਹੀਂ ਲਾਉਂਦਾ, ਸਾਡਾ ਤਾਂ ਹੀਰੋ ਆ ਇਹ ਤਾਂ ਇਹਨੇ ਬਦਨਾਮ ਕੀਤਾ। ਹੁਣ ਸਾਡੇ ਚ ਨਹੀਂ ਕਿਹਨੂੰ ਬਦਨਾਮ ਕਰਨਾ। ਅੱਜ ਅਜਨਾਲੇ ਨੇ ਧੁੰਮੇ ਬਾਰੇ ਕਹਿ ਦਿੱਤਾ, ਅੱਜ ਤੋਂ 5-10 ਸਾਲ ਪਿੱਛੇ ਚੱਲ ਜਾਓ, ਠਾਕੁਰ ਸਿੰਘ ਬਾਰੇ ਕੀ ਕੁਝ ਨਿਕਲਦਾ, ਭਿੰਡਰਾਂਵਾਲੇ ਬਾਰੇ, ਕਰਤਾਰ ਸਿੰਘ ਬਾਰੇ ਜਾ ਕੇ ਮੋਹਨ ਸਿੰਘ ਨੂੰ ਪੁੱਛ ਲਓ, ਗੁਰਬਚਨ ਸਿੰਘ ਬਾਰੇ ਪੁੱਛ ਲਓ। ਉਹ ਇਹਨੇ ਬ੍ਰਹਮ ਗਿਆਨੀ ਬਣਾ ਕੇ ਰੱਖ ਦਿੱਤੇ ਆ। ਇਹਨਾਂ ਨੂੰ ਬਣਾ ਦੇਣਾ, ਧੁੰਮੇ ਨੂੰ ਵੀ ਇਹਨਾਂ ਨੇ ਬ੍ਰਹਮ ਗਿਆਨੀ ਬਣਾ ਦੇਣਾ। ਠੀਕ ਹੈ, ਉਹ ਚੀਜ਼ ਜਿਹੜੀ ਲੋਕਾਂ ਦੇ ਮਨਾਂ ਚੋਂ ਇਹ ਡਰ ਨਿਕਲਣਾ ਚਾਹੀਦਾ, ਤਾਂ ਕਿ ਕੁਝ ਹੋਰ ਕਹਾਣੀ ਬਦਲ ਕੇ ਇਹਨਾਂ ਲੋਕਾਂ ਮੂਹਰੇ ਰੱਖੀ ਜਾਵੇ। ਜੇ ਤੁਸੀਂ ਰਾਹ ਪੱਧਰਾ ਕਰ ਦੋਗੇ ਪਿੱਛੇ ਹੋਰ ਵਾਰਿਆਂ ਵਾਸਤੇ, ਆਪਾਂ ਦੇ ਪਿੱਛੇ ਕਿੰਨੀ ਵਾਰੀ ਗੱਲ ਦੱਸੀ ਹੈ ਵੀ ਉਹ ਝੁੰਡੇ ਦੀ ਪੇਸ਼ੀ ਹੋਈ ਸੀਗੀ। ਹਾਂਜੀ, ਤਾਂ ਅਸੀਂ ਐਸੇ ਕਰਕੇ ਝੁੰਡੇ ਦਾ ਸਾਥ ਦਿੱਤਾ ਸੀਗਾ, ਤੈਨੂੰ ਕਾਲ ਤੱਕ ਤੇ ਜਾਣਾ ਚਾਹੀਦਾ, ਕਿਉਂਕਿ ਤੂੰ ਇੱਕ ਮਸ਼ਹੂਰ ਪ੍ਰਚਾਰਕ ਹੈ। ਔਰ ਤੂੰ ਜਿਹੜੇ ਪਿੱਛੇ ਹੋਰ ਵਾਲੇ ਜਿਹੜੇ ਛੋਟੇ ਪ੍ਰਚਾਰਕ ਆ, ਉਹਨਾਂ ਵਾਸਤੇ ਰਾਹ ਪੱਧਰਾ ਕਰਦੇ ਵੀ ਭਾਈ ਜੋ ਬੋਲਦੇ ਹੋ, ਜੇ ਕਿਸੇ ਗੱਲ ਨੂੰ ਲੈ ਕੇ ਉਹਨਾਂ ਨੂੰ ਜਿਹੜੀ ਏਦਾਂ ਪ੍ਰੋਬਲਮ ਹੁੰਦੀ ਹੈ, ਤੁਹਾਨੂੰ ਲੱਗਦਾ ਕਿਸੇ ਗੱਲ ਤੋਂ ਪ੍ਰੋਬਲਮ ਹੋ ਸਕਦੀ ਹੈ, ਹਾਂਜੀ, ਵੱਧ ਤੋਂ ਵੱਧ ਇਹ ਤੁਸੀਂ ਜਾ ਕੇ ਮਾਫੀ ਮੰਗਿਆ, ਉਹ ਤੁਹਾਨੂੰ ਕਹਿਣਗੇ ਦੇਖ ਕਰਾ ਦੋ, ਤੁਸੀਂ ਦੇਖ ਕਰਾ ਦੋ, ਕਹਿਣਗੇ ਭਾਂਡੇ ਮਾਂਜ, ਤੁਸੀਂ ਭਾਂਡੇ ਮਾਂਜ ਦੋ ਯਾਰ। ਉਹਦੇ ਨਾਲ ਕੀ ਫਰਕ ਪੈ ਜਾਂਦਾ? ਆਪਾਂ ਤੁਹਾਡੀ ਆਜ਼ਾਦੀ ਜਿਹੜੀ ਬੋਲਣ ਦੀ ਗੱਲ ਕਰਨ ਦੀ ਤੁਸੀਂ ਕਰਦੇ ਰਹੋ ਤੇ ਕਲੈਕਟਰ ਸਾਹਿਬ ਦੀ ਜਿੱਥੇ ਕਿਤੇ ਗਲਤੀ ਹੋਊਗੀ ਤੁਸੀਂ ਜਾ ਕੇ ਭਾਂਡੇ ਮਾਂਜਿਆ ਬਸ। ਗੱਲ ਕੀ ਆ, ਅਗਲੇ ਦਾ ਹਥਿਆਰ ਖੁੰਡਾ ਕਰਨਾ ਆ। ਜਦੋਂ ਅਗਲਾ ਹਥਿਆਰ ਲੈ ਕੇ ਤੁਹਾਡੇ ਤੇ ਅਟੈਕ ਕਰਦਾ, ਤੁਸੀਂ ਢਾਲ ਰੱਖਣੀ ਆ ਮੂਹਰੇ। ਹੁਣ ਉਹਨਾਂ ਦਾ ਹਥਿਆਰ ਖੁੰਡਾ ਕਰਨ ਲਈ ਤੁਹਾਨੂੰ ਮੂਹਰੇ ਢਾਲ ਉਹ ਹਥਿਆਰ ਦੇ ਅਨੁਕੂਲ ਵਰਤਣੀ ਪੈਣੀ ਆ। ਠੀਕ ਹੈ, ਜੇ ਅਗਲਾ ਤੁਹਾਡੀ ਛਾਤੀ 'ਚ ਕਿਰਪਾਨ ਮਾਰਨ ਲੱਗਾ ਆ ਤੇ ਤੁਸੀਂ ਲੋਹੇ ਦੀ ਢਾਲ ਰੱਖ ਲਈ। ਜੇ ਅਗਲਾ ਅੱਖਾਂ 'ਚ ਮਿੱਟੀ ਪਾਉਣ ਲੱਗਾ ਆ ਤਾਂ ਛਾਤੀ ਦੇ ਮੂਹਰੇ ਢਾਲ ਰੱਖ ਕੇ ਨਹੀਂ ਸਰਨਾ, ਅੱਖਾਂ ਬੰਦ ਕਰਨੀਆਂ ਪੈਣੀਆਂ। ਠੀਕ ਹੈ, ਜੇ ਅਗਲੇ ਨੇ ਗੈਸ ਛੱਡੀ ਆ ਤਾਂ ਅੱਖਾਂ ਬੰਦ ਕਰਕੇ ਨਹੀਂ ਸਰਨਾ, ਤੁਹਾਨੂੰ ਨੱਕ ਤੇ ਮੂੰਹ ਆਪਣਾ ਘੁੱਟਣਾ ਪੈਣਾ ਤਾਂ ਕਿ ਸਾਹ ਰਾਹੀਂ ਅੰਦਰ ਨਾ ਚੱਲ ਜਾਵੇ। ਜਿੱਦਾਂ ਦਾ ਹਥਿਆਰ ਆ ਉਹਦੇ ਅਨੁਕੂਲ ਢਾਲ ਹੋਣੀ ਆ। ਪਰ ਉਹ ਚੀਜ਼ ਨੇ, ਮੈਂ ਕਹਿੰਦਾ ਹਰੇਕ ਵਾਰੀ ਇੱਕ ਗੱਲ ਆ ਬਲਜਿੰਦਰ, ਵੀ ਇਹ ਜੋ ਮਰਜ਼ੀ ਕਰ ਲੈਣ, 100 ਪੰਥ ਪ੍ਰੀਤ, 100 ਧੁੰਦੇ, 100 ਪ੍ਰੋਫੈਸਰ ਦਰਸ਼ਨ ਸਿੰਘ ਇਕੱਠੇ ਹੋ ਜਾਣ, ਇੱਕ ਪਿੰਡਾ ਨਹੀਂ ਤਿਆਰ ਕਰ ਸਕਦੇ ਇਹ। ਹਾਂਜੀ, ਉਹਦੇ ਵਿੱਚੋਂ ਬਹੁਤ ਸਾਰੀਆਂ ਉਦਾਹਰਨਾਂ ਦਿੰਦੇ ਆ, ਪਰ ਇੱਕ ਗੱਲ ਤਾਂ ਮੇਨ ਇਹੀ ਨਿਕਲਦੀ ਹੈ ਨਾ, ਇਹਨਾਂ ਫੈਕਟਰੀਆਂ ਦੇ ਵਿੱਚ ਸਾਨੂੰ ਆਜ਼ਾਦੀ ਆਪਣੀ ਗੱਲਬਾਤ ਕਰਨ ਦੀ, ਉੱਥੇ ਹੈ ਨਹੀਂ ਕਿ ਉੱਥੇ ਹਿਸਾਬ ਦਾ ਉੱਥੇ ਹਾਂਜੀ ਤੁਹਾਨੂੰ ਤਾਂ ਲੜਾਈ ਇਸ ਤਰ੍ਹਾਂ ਦੀ ਲੜਨੀ ਚਾਹੀਦੀ ਹੈ ਵੀ ਭਾਈ ਉੱਥੇ ਕਾਨੂੰਨ ਦੇ ਮੁਤਾਬਕ, ਜਿੱਦਾਂ ਜਿਹੜੇ ਕਾਨੂੰਨ ਦੇ ਵਿੱਚ ਫਰੀਡਮ ਆਫ ਸਪੀਚ ਨਹੀਂ ਗਈ, ਉਹਦੇ ਲਈ ਜਿਹੜਾ ਹੈਗਾ ਜਿਹੜੇ ਬੰਦੇ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਕੇ ਸਰਕਾਰਾਂ ਦੇ ਨਾਲ ਇਸ ਚੀਜ਼ ਦੇ ਨਾਲ ਕਰ ਸਕਦੇ, ਭਾਈ ਫਰੀਡਮ ਆਫ ਸਪੀਚ ਸਾਰੀ ਦੁਨੀਆ ਦੇ ਦਿੱਤੀ ਹੈ, ਤੁਸੀਂ ਵੀ ਦੇ ਦਿਓ ਏਦਾਂ। ਜਿੰਨਾ ਚੱਕਰ ਹੈ ਨਹੀਂ ਕਿ ਉਹਨਾਂ ਚੱਕਰ ਜਿਸ ਤਰੀਕੇ ਨਾਲ ਹੱਲ ਕੀਤਾ ਜਾ ਸਕਦਾ ਮਸਲਾ ਹੱਲ ਕਰੋ। ਪਰ ਤੁਸੀਂ ਹੁਣ ਜਿੱਦਾਂ ਸਾਡੇ ਮਸਲੇ ਦੇ ਵਿੱਚ ਰਸੂਖ ਚੱਕ ਕੇ ਲਗਾਇਆ ਤੇ ਸਾਰੇ ਜਾਣੇ ਟਕਸਾਲੀਆਂ ਦੇ ਨਾਲ ਸਾਰੇ ਭੁਗਤ ਕੇ ਭੋਗਾਈ ਦਿੰਦੇ। ਉਹਨਾਂ ਨੇ ਇਹ ਨਹੀਂ ਸੋਚਿਆ ਨਾ ਕਿ ਜਿਹੜੀ ਉਹਨਾਂ ਦਾ ਨੁਕਸਾਨ ਤਾਂ ਹੋ ਗਿਆ, ਪਰ ਉਹ ਤਾਂ ਸਾਡੇ ਲੈ ਲਈ ਹੈ, ਉਹਦੀ ਸੋਚ ਦਾ ਮਤਲਬ ਨੁਕਸਾਨ ਦੀ ਵਿਰੋਧ ਕਰਦੇ ਇੱਥੋਂ ਤੱਕ ਪਹੁੰਚੇ ਅਸੀਂ। ਇੱਥੋਂ ਤੱਕ ਵੀ ਜਦੋਂ ਸਾਨੂੰ ਛੇਕਿਆ ਪੰਥ ਦੇ ਵਿੱਚੋਂ, ਉਦੋਂ ਇਹਨਾਂ ਨੇ ਇਹ ਤੱਕ ਕਹਿਤਾ ਵੀ ਜਥੇਦਾਰਾਂ ਨੇ
ਆ ਵਧੀਆ ਕੀਤਾ ਯਾ ਮਤਲਬ ਜੱਥੇਦਾਰਾਂ ਦੀ ਵੀ ਸ਼ਿਫਟ ਕਰਨੀ ਪੈਗੀ ਉਹਨਾਂ ਬੰਦਿਆਂ ਨੂੰ ਏਦਾਂ ਉਹਨਾਂ ਦੀ, ਕਿਉਂਕਿ ਉਹ ਉਸੂਲਾਂ ਦੀ ਲੜਾਈ ਨਹੀਂ ਲੜ ਰਹੇ ਹੈਗੇ ਆਪਣੀ ਗੱਲਾਂ ਦੇ ਲਈ, ਉਹਨਾਂ ਨੂੰ ਪ੍ਰਾਪਤ ਥੋੜ੍ਹੀ ਕਰਾਉਣਾ। ਉਹ ਤਾਂ ਠੀਕ ਹੈ ਖਾਲੀ ਥਾਂ ਪਿਆ ਸੀਗਾ, ਖਾਲੀ ਜਿਹੜੀ ਫੀਲਡ ਦੇ ਵਿੱਚ ਘੱਟ ਸੀ ਕੰਪੀਟੀਸ਼ਨ, ਉਸ ਫੀਲਡ ਦੇ ਵਿੱਚ ਆ ਗਈ ਉਹ ਬੰਦੇ ਬਾਅਦ। ਨਹੀਂ ਅਸੀਂ ਸਾਨੂੰ ਕਦੇ ਤਿਲਕਦਿਆਂ ਨੂੰ ਦਿਖਾ ਲਿਓ ਏਦਾਂ ਤੇ ਅਸੀਂ ਇਹ ਇਦਾਂ ਕੀਤੀ ਹੋਵੇ ਕਿ ਆ ਦੁਸ਼ਮਣੀਆਂ ਸਾਡਾ, ਇਹਨੂੰ ਕਰਨ ਲਈ ਕਿਸੇ ਦੁਸ਼ਮਣ ਨਾਲ ਦੋਸਤੀ ਪਾਈ ਹੋਵੇ। ਅਸੀਂ ਜਿਹੜਾ ਨਕੰਮਾ ਬੰਦਾ ਹੈ ਸਾਨੂੰ ਪਤਾ ਆ ਤੇ ਅੱਜ ਇਹਨੂੰ ਢਾਉਣਾ ਚਾਹੁੰਦੇ ਆ, ਜਿਹਨੂੰ ਸਿਰ ਤੇ ਬਿਠਾ ਲੈਣ ਲੱਗੇ ਉਹਨੂੰ ਵੀ ਬਾਅਦ ਚ ਕੱਢਣਾ ਪੈਣਾ। ਠੀਕ ਹੈ, ਦੋ ਗੱਲਾਂ ਬਲਜਿੰਦਰ, ਨਾ ਤਾਂ ਇਹਨਾਂ ਤੋਂ ਇਦਾਂ ਕਿਸੇ ਬੰਦੇ ਦਾ ਨੁਕਸਾਨ ਕਰ ਹੋਣਾ, ਨਾ ਇਹ ਜਿਹੜਾ ਹੋਣੇ ਵਾਲਾ ਕੰਮ ਆ ਉਹ ਕਿਸੇ ਇੱਕ ਬੰਦੇ ਦੇ ਉੱਤੇ ਬੈਠਾ ਆ। ਠੀਕ ਹੈ, ਮੈਂ ਕਹਿੰਦਾ ਆਪਾਂ ਕੋਈ ਗੱਲ ਨਹੀਂ ਹੈਗੀ। ਠੀਕ ਹੈ, ਭਿੰਦੇ ਨੇ ਉਹ ਜਦੋਂ ਮੈਂ ਇਹ ਸੋਚ ਕੇ ਮੇਰੇ ਦਿਮਾਗ 'ਚ ਆਇਆ ਕਿ ਜਦੋਂ ਅੱਜ ਭਿੰਦਾ ਮਾਫੀ ਮੰਗੂਗਾ, ਭਿੰਦਾ ਮੁੜ ਕੇ ਜਦੋਂ ਪ੍ਰੋਗਰਾਮ ਸ਼ੁਰੂ ਕਰੂਗਾ ਫੇਰ ਗੱਲਾਂ ਕਿੱਦਾਂ ਕਰੂਗਾ। ਮੇਰੇ ਇੱਕਦਮ ਏਦਾਂ ਦਿਮਾਗ 'ਚ ਸਵਾਲ ਆ ਗਿਆ ਕਿ ਭਿੰਦੇ ਨੂੰ ਬਿਠਾਲ ਕੇ ਕਹਿਣਾ ਆ ਹੁਣ ਤੇ ਭਾਈ ਤਾਂ ਕੋਈ ਪੋਸਟ ਨਹੀਂ ਪਾਉਣੀ, ਕੋਈ ਪ੍ਰੋਗਰਾਮ ਨਹੀਂ ਕਰਨਾ, ਤੇ ਸਾਡੇ ਲਈ ਤੂੰ ਵੈਲਿਊਏਬਲ ਆ, ਬਹੁਤ ਵੈਲਿਊਏਬਲ ਆ, ਤੂੰ ਬਹੁਤ ਕੀਮਤੀ ਆ, ਤੇਰਾ ਬਹਿਣਾ, ਤੇਰਾ ਸਲਾਹ ਦੇਣਾ, ਸਾਡੇ ਨਾਲ ਬਹਿਣਾ ਬਹੁਤ ਚੰਗਾ ਆ ਸਾਡੇ ਲਈ, ਕੋਈ ਫਰਕ ਨਹੀਂ ਪੈਣ ਲੱਗਾ ਗੱਲਾਂ ਕਰਨੇ ਨਾਲ। ਠੀਕ ਹੈ, ਇਹ ਗੱਲ ਸਾਡੇ ਸਾਰਿਆਂ ਦੇ ਉੱਤੇ ਲਾਗੂ ਹੁੰਦੀ ਆ ਭਾਈ। ਇਹ ਜੇ ਨਾ ਆਪਾਂ ਇਦਾਂ ਜੰਗ ਵੱਲ ਧਿਆਨ ਰੱਖਾਂਗੇ ਫਿਰ ਸਾਨੂੰ ਪਤਾ ਹੋਣਾ ਕਿ ਦੇਖੋ ਲੜਾਈਆਂ ਹਾਰੀ ਵੀ ਜਾਵਾਂਗੇ। ਇਹਨਾਂ ਇਨਸੀਡੈਂਟਾਂ ਦੇ ਵਿੱਚ ਜਿਹੜਾ ਨਾ ਮੈਲਟ ਹੋਣ ਦਾ ਕਨਸੈਪਟ ਆ ਉਹ ਮੈਨੂੰ ਨਿਊਜ਼ੀਲੈਂਡ ਆ ਕੇ ਸਮਝ ਆਇਆ ਕਿ ਤੁਹਾਨੂੰ ਬੱਚਿਆਂ ਮੋਰੇ ਸਾਨੂੰ ਨਾ ਜਾਣੀ ਏਦਾਂ ਡਿਕਟੇਟਰ ਬਣਾ ਕੇ, ਫੌਜੀ ਪੁਲਿਸ ਬਣਾ ਕੇ ਸਾਨੂੰ ਪੇਸ਼ ਕੀਤਾ ਗਿਆ। ਜਿੱਥੇ ਵੀ ਸਾਡਾ ਹੱਕ ਬਣਦਾ ਬੱਚਿਆਂ ਦੇ ਮੋਹਰੇ ਜਦੋਂ ਅਸੀਂ ਡਿਸਪਲਿਨ ਬਣਾਉਨੇ ਆ, ਅਸੀਂ ਇਦਾਂ ਕਰਦੇ ਆ ਵੀ ਇਹ ਗੁਲਾਮ ਆ ਸਾਡੇ। ਜਿੱਥੇ ਅਸੀਂ ਮੈਨੇਜਰ ਲੱਗ ਜਾਂਦੇ ਉੱਥੇ ਲੱਗਦਾ ਸਾਨੂੰ ਕਿ ਇਹ ਸਾਡੀ ਰਿਆਇਆ ਆ ਨਾ, ਜਿੱਥੇ ਅਸੀਂ ਮਾਲਕ ਹੁੰਨੇ ਉੱਥੇ ਕਹਿੰਦੇ ਬੰਦੇ ਤਾਂ ਸਾਡੇ ਖਰੀਦੇ ਹੋਏ ਆ। ਠੀਕ ਹੈ, ਜਦ ਕਿ ਜਿੱਦਾਂ ਉੱਤੇ ਜਾਂਦੇ ਆ ਤੁਸੀਂ ਉਦਾਂ ਮੈਲਟ ਹੋਣ ਦਾ ਸੰਕਲਪ, ਤੁਹਾਨੂੰ ਪਿਘਲਣ ਦਾ ਸੰਕਲਪ ਜਿਹੜਾ ਆ ਉਹ ਧਿਆਨ 'ਚ ਰੱਖਣਾ ਪੈਣਾ, ਤਾਂ ਰਹਿ ਸਕਦੇ ਤੁਸੀਂ। ਇਹਨਾਂ ਨੇ ਜਿੱਦਾਂ ਨਾ ਇਤਿਹਾਸ ਵਿੱਚ ਸਾਨੂੰ ਕਿਹਾ ਆ ਕਿ ਪੰਜਵੇਂ ਪਾਤਸ਼ਾਹ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਆ ਤਾਂ ਉਹ ਜਹਾਂਗੀਰ ਨੇ ਸੱਦ ਕੇ ਕਿਹਾ ਪਿਆ ਗੱਲਾਂ ਕੱਢ ਦਿਓ, ਇਹਨਾਂ ਲੋਕਾਂ ਦੀ ਰਚਨਾ ਵਿੱਚ ਪਾ ਲਓ, ਨਹੀਂ ਤਾਂ ਸ਼ਹੀਦ ਕੀਤੇ ਜਾਓਗੇ। ਇਹਨਾਂ ਨੂੰ ਚੇਤਾ ਭੁੱਲ ਗਿਆ ਕਿ ਉਹ ਸਾਖੀ ਤੇ ਤਾਂ ਤੁਸੀਂ ਇਹ ਕਹਿ ਦਿੱਤਾ ਕਿ ਪੰਜਵੇਂ ਪਾਤਸ਼ਾਹ ਮੰਨੇ ਨਹੀਂ। ਜਦੋਂ 10ਵੇਂ ਪਾਤਸ਼ਾਹ ਬਾਰੇ ਕਹਿਣ ਲੱਗੇ ਆ ਉੱਥੇ ਕੋਈ ਗੱਲੇ ਨਹੀਂ ਹੋਈ, ਉਹ 'ਚ ਤਾਂ ਪੀਰ ਬਣ ਕੇ ਲੰਘ ਗਏ। ਹੁਣ ਜਦੋਂ ਉਹ 10ਵੇਂ ਪਾਤਸ਼ਾਹ ਲੰਘ ਸਕਦੇ, 5ਵੇਂ ਪਾਤਸ਼ਾਹ ਨੇ ਉੱਥੇ ਕਿਉਂ ਨਹੀਂ ਕਿਹਾ ਕਿ ਕੋਈ ਨਹੀਂ, ਸੋਚ ਲੈਣੇ, ਵਿਚਾਰ ਲੈਣੇ ਆਪਾਂ। ਮੈਂ ਕਹਿੰਦਾ ਦੁਸ਼ਮਣ ਕਦੇ ਇਹ ਆਗਿਆ ਦੇ ਹੀ ਨਹੀਂ ਸਕਦਾ, ਇਦਾਂ ਨਹੀਂ ਹੋਇਆ ਹੋਊਗਾ। ਬਸ ਅਗਲਿਆਂ ਨੇ ਸਜ਼ਾ ਦਿੱਤੀ ਆ, ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ, ਤਵੀ ਤੇ ਬਿਠਾਤਾ ਹੈ। ਠੀਕ ਹੈ, ਉਹ ਜਦੋਂ ਵੀ ਉਹਦੇ ਵਿੱਚ ਅੱਜ ਡੈਮੋਕ੍ਰੇਸੀ ਆ, ਸਾਨੂੰ ਉਹਦਾ ਫਾਇਦਾ ਲੈਣਾ ਚਾਹੀਦਾ ਆ, ਉਹ ਚੀਜ਼ ਨੂੰ ਸਮਝਣਾ ਚਾਹੀਦਾ, ਦੇਸ਼ ਦੇ ਕਾਨੂੰਨ ਦੇ ਅਨੁਕੂਲ ਚੱਲਣਾ ਚਾਹੀਦਾ। ਵੱਡੀ ਗੱਲ ਇਹ ਜਿਹੜੇ ਪੰਜਾਬ ਦੇ ਵਿੱਚ ਹੈਗੇ ਆਪਣੇ ਦੋਸਤ ਮਿੱਤਰ, ਉਹਨਾਂ ਨੂੰ ਬੇਨਤੀ ਆ ਹੱਥ ਬੰਨ੍ਹ ਕੇ ਕਿ ਕੋਈ ਵੀ ਗੱਲ ਜਿਹੜੀ ਆ ਜਿੱਥੇ ਹੋ ਜਾਂਦੀ ਆ, ਜਦੋਂ ਕੋਈ ਕਾਨੂੰਨੀ ਤੌਰ ਤੇ ਅਪਰੋਚ ਕਰਦਾ ਹੈ ਤੁਹਾਨੂੰ, ਉਸੇ ਵੇਲੇ ਉਹਦਾ ਅਹਿਸਾਸ ਕਰੋ ਔਰ ਦੁਬਾਰਾ ਨਾ ਕਰਨ ਦਾ ਵਾਅਦਾ ਕਰੋ। ਹਾਂਜੀ, ਜਿਵੇਂ ਕੰਮ ਕਰਦੇ ਕਹਿੰਦੇ ਸਿਆਣਾ ਬੰਦਾ ਉਹ ਹੁੰਦਾ ਕਿ ਉਹ ਜਿਵੇਂ ਕੰਮ ਕਰੀ ਜਾਂਦਾ, ਜਿਵੇਂ ਤੁਹਾਨੂੰ ਪਤਾ ਲੱਗੀ ਜਾਂਦਾ ਅੱਛਾ ਵੀ ਆਹ ਮੇਰਾ ਕਿਹੜੀ ਗੱਲ ਜਾਂ ਮੇਰਾ ਕੀਤਾ ਕੰਮ ਇਸ ਮੁਲਕ ਦੇ ਕਾਨੂੰਨ ਦੇ ਮੁਤਾਬਕ ਇੱਥੇ ਠੀਕ ਨਹੀਂ ਗਾ। ਹਾਂਜੀ, ਤੁਸੀਂ ਉੱਥੋਂ ਜਿਹੜੀ ਹੈਗੀ ਆ ਮਾਫੀ ਮੰਗ ਕੇ ਕਹਾ ਆਪਣੇ ਆਪ ਨੂੰ ਠੀਕ ਕਰੀ, ਕਿਉਂਕਿ ਸਾਰੀ ਕਿਤਾਬਾਂ ਦਾ ਪਤਾ ਨਹੀਂ ਨਾ ਗੱਲ ਨਿਊਜ਼ੀਲੈਂਡ ਦੇ ਬੋਲਦੇ ਆ, ਅਸੀਂ ਸਾਰੀਆਂ ਕਿਤਾਬਾਂ ਨਹੀਂ ਪੜ੍ਹ ਸਕਦੇ ਨਿਊਜ਼ੀਲੈਂਡ ਦੇ ਕਿਹੜੇ ਕਾਨੂੰਨ ਆ। ਜਦੋਂ ਬੋਲਦੇ ਆ ਕੋਈ ਕੰਪਲੇਂਟ ਕਰ ਦਿੰਦਾ ਹੈ, ਸਾਨੂੰ ਇਹ ਅਥਾਰਟੀ ਕਹਿ ਦਿੰਦੀ ਹੈ ਤੁਸੀਂ ਆਹ ਗੱਲ ਨਿਊਜ਼ੀਲੈਂਡ ਦੇ ਵਿੱਚ ਏਦਾਂ ਨਹੀਂ ਕਹਿ ਸਕਦੇ ਕਿਸੇ ਨੂੰ, ਅਸੀਂ ਕਹਿ ਦਿੰਦੇ ਠੀਕ ਹੈ ਜੀ ਅਸੀਂ ਮਾਫੀ ਮੰਗ ਲੈਂਦੇ ਹਾਂ। ਨਹੀਂ, ਨਾਲੇ ਬਲਜਿੰਦਰ ਇੱਕ ਚੀਜ਼ ਦਾ ਧਿਆਨ ਰੱਖਿਓ, ਜਿਹੜੇ ਸਾਡੀ ਕੌਮ ਦੇ ਸਿਆਣਿਆਂ ਨੇ ਨਾ ਇੱਜ਼ਤ ਬੇਇੱਜ਼ਤੀ ਦਾ ਇਹ ਪੈਮਾਨਾ ਮਿਥ ਲਿਆ ਕਿ ਜੇ ਮੇਰੇ ਤੋਂ ਕੁਝ ਗਲਤ ਕਹਿ ਹੋ ਗਿਆ ਤਾਂ ਮੇਰੀ ਬੇਇੱਜ਼ਤੀ ਹੋ ਜਾਣੀ ਆ, ਜੇ ਮੇਰੇ ਤੋਂ ਸਭ ਤੋਂ ਵਧੀਆ ਗੱਲ ਨਾ ਕਹਿ ਹੋਈ ਲੋਕਾਂ ਨੇ ਕਹਿਣਾ ਇਹ ਅਕਲ ਵਾਲਾ ਨਹੀਂ, ਜੇ ਮੈਨੂੰ ਗਲਤ ਗੱਲ ਕਹੀ ਹੋਈ ਤੇ ਮਾਫੀ ਮੰਗਣੀ ਪੈ ਗਈ ਤਾਂ ਮੈਂ ਲੋਕਾਂ ਨੂੰ ਜਵਾਬ ਕੀ ਦਊਂਗਾ।
ਉਹ ਲੋਕ ਕਦੇ ਵੀ ਜ਼ਿੰਦਗੀ 'ਚ ਕੁਝ ਕਰ ਨਹੀਂ ਸਕੇ। ਮੈਂ ਨਿਊਜ਼ੀਲੈਂਡ 'ਚ ਬਹੁਤ ਸਿਆਣਿਆਂ ਨੂੰ ਜਾਣਦਾ, ਉਹਦੀ ਸਾਰੀ ਉਮਰ ਉਹ ਜਿਹੜਾ ਛੱਜ ਵੱਜ ਗਿਆ ਨਾ ਪਿੱਛੇ, ਉਹਨੂੰ ਸੰਭਾਲਦਿਆਂ ਨੇ ਨਿਗਾਹਤੀ, ਕਿਉਂਕਿ ਉਹ ਮਿਸਟਰ ਪਰਫੈਕਟ ਹੋ ਕੇ ਜੀਣਾ ਚਾਹੁੰਦੇ ਸੀ। ਉਹਦਾ ਵੱਡਾ ਕਾਰਨ ਵੀ ਹੈ ਸਾਡੇ ਆਗੂਆਂ ਨੇ ਸਾਨੂੰ ਇਦਾਂ ਹੀ ਸਿਖਾਇਆ ਕਿ ਆਪਾਂ ਬਸ ਉੱਥੇ ਜਾਣਾ, ਆਕੜੇ ਰਹਿਣਾ ਇਦਾਂ ਸਮਝੋ। ਹਾਂ ਯਾ ਉਹਦੇ ਨਾਲ ਜਿਹੜੇ ਸਾਡੇ ਆਉਣ ਵਾਲੀ ਜਨਰੇਸ਼ਨ ਆ ਉਹਨੂੰ ਬੜਾ ਪੰਗਾ ਪਿਆ ਇਸ ਗੱਲ ਦਾ। ਉਹਨਾਂ ਨੂੰ ਸੋਰੀ ਕਹਿਣਾ ਜਿਹੜਾ ਹੈਗਾ ਨਾ, ਯਾ ਸਕੂਲਾਂ ਦੇ ਵਿੱਚ ਸਾਡੇ ਕਈ ਵਾਰ ਨਿਆਣੇ ਆ ਕੇ ਕਹਿਣਗੇ ਆਪਾਂ ਕਹਿਣਗੇ ਸਾਨੂੰ ਟੀਚਰ ਨੂੰ ਇੱਥੇ ਇਦਾਂ ਸਿਖਾਉਂਦੇ ਆ ਵੀ ਸੋਰੀ ਜਿਹੜਾ ਹੈਗਾ ਬਹੁਤ ਸੌਖਾ ਹੈ ਕਹਿਣਾ। ਦੇਖੋ ਇੱਕ ਸੋਰੀ ਸਿੱਧਾ ਕਹਿ ਦੋ ਬਸ। ਯਾ ਅਗਲਾ ਕਹਿੰਦਾ ਨਹੀਂ ਇਸ ਨੋਟ ਈਜ਼ੀ ਵਰਡ, ਉਹ ਕਹਿੰਦਾ ਨਾ ਇਹ ਤਾਂ ਬਹੁਤ ਈਜ਼ੀ ਹੈ, ਤਾਂ ਕਹਿ ਕੇ ਤਾਂ ਦੇਖ ਸਾਡੇ ਨਿਆਣੇ ਇੱਥੋਂ ਪੜ ਜਾਂਦੇ ਨਹੀਂ ਸੋਰੀ ਈਜ਼ੀ ਵਰਡ ਨਹੀਂ। ਸਾਡੇ ਤਾਂ ਟ੍ਰੇਨਿੰਗ ਦੇਣੀ ਪੈਂਦੀ ਹੈ ਸਰਕਾਰ ਦੀ ਵੀ ਨਹੀਂ ਸੋਰੀ ਬਹੁਤ ਈਜ਼ੀ ਵਰਡ ਹੈ। ਤੁਸੀਂ ਕਿਸੇ ਗੱਲ ਨੂੰ ਸੋਰੀ ਕਹਿ ਕੇ ਜੀ ਉਹਦੇ ਨਾਲ ਆਕੜ ਨਾਲ ਜਾਂਦਾ ਸੋਰੀ ਕਹਿ ਤਾਂ ਤੁਸੀਂ ਕੁਝ ਨਹੀਂ ਹੁੰਦਾ ਉਹਦੇ ਨਾਲ ਇੱਦਾਂ। ਠੀਕ ਹੈ, ਤੁਹਾਨੂੰ ਲੱਗਦਾ ਹੈ ਵੀ ਭਾਈ ਇਸ ਗੱਲ ਦੇ ਨਾਲ ਮੈਨੂੰ ਸੋਰੀ ਕਹਿਣ ਦੇ ਨਾਲ ਅਗਲੇ ਬੰਦੇ ਨੂੰ ਜਿਹੜਾ ਬੰਦਾ ਮੂਹਰੇ ਹੈਗਾ ਉਹਦਾ ਠੀਕ ਹੋ ਜਾਣਾ ਮਸਲਾ ਜਿਹੜਾ ਹੈਗਾ ਤੁਹਾਨੂੰ ਕਹਿੰਦੇ ਕੋਈ ਹਰਜਾ ਨਹੀਂ ਹੁੰਦਾ ਹੈਗਾ। ਪਰ ਸਾਡੇ ਸਿਖਾਇਆ ਨਹੀਂ, ਦੋ ਚੀਜ਼ਾਂ ਸਾਡੇ ਵਿੱਚ ਪਈਆਂ ਗਈਆਂ, ਇੱਕ ਤਾਂ ਸੋਰੀ ਨਹੀਂ ਕਹਿਣਾ, ਮਾਫੀ ਨਹੀਂ ਮੰਗਣੀ। ਇੱਕ ਜਦੋਂ ਕੋਈ ਬੰਦਾ ਤੁਹਾਨੂੰ ਕਹੇ ਵੀ ਤੂੰ ਡਰ ਗਿਆ ਏਦਾਂ, ਮਤਲਬ ਲੱਗਦੀ ਵਾਰ ਤੂੰ ਏਦਾਂ ਨਹੀਂ ਕਹਿਣਾ ਮੈਂ ਡਰ ਗਿਆ ਤੂੰ ਏਦਾਂ। ਇਹ ਦੋ ਚੀਜ਼ਾਂ ਨੇ ਸਾਡਾ ਪਰਸਨੈਲਿਟੀ ਡਿਵੈਲਪਮੈਂਟ ਹੋਣੀ ਨਹੀਂ ਦਿੱਤੀ ਸਾਡੇ ਨਾਲ। ਮੈਂ ਤਾਂ ਨਾ ਕੁਝ ਮੂਵੀਆਂ ਦੇਖਦਾ ਉਹਦੇ ਵਿੱਚ ਉਹ ਸਿਖਾਉਂਦੇ ਰਹਿੰਦਾ ਵੀ ਡਰਨਾ ਜਿਹੜਾ ਕਿੰਨਾ ਇੰਪੋਰਟੈਂਟ ਹੈ ਤੁਹਾਡੇ ਲਈ। ਯਾ ਯਾ ਜਿੰਨਾ ਚਿਰ ਤੁਹਾਡੇ ਜੇ ਡਰ ਨਹੀਂ ਗਾ ਉਹਨਾਂ ਚਿਰ ਤੁਹਾਡੇ ਸਮਝ ਨਹੀਂ ਆਉਂਦਾ ਕਿਸੇ ਵੀ ਚੀਜ਼ ਨੂੰ ਦੇਖਣ ਦੇ। ਸਾਡੇ ਬੰਦਿਆਂ ਦੇ ਐਕਸੀਡੈਂਟ ਇੰਨੇ ਜ਼ਿਆਦਾ ਕਿਉਂ ਹੁੰਦੇ ਕੰਮਾਂ ਦੇ ਉੱਤੇ ਵੀ, ਮਤਲਬ ਡਰਾਈਵਿੰਗ ਕਰਦਿਆਂ ਵੀ, ਹੋਰ ਕਿੰਨੇ ਚੀਜ਼ਾਂ ਦੇ ਵਿੱਚ ਸਾਡੇ ਐਕਸੀਡੈਂਟ ਇੰਨੇ ਜ਼ਿਆਦਾ ਇਸੇ ਕਰਕੇ ਹੁੰਦੇ। ਸਾਨੂੰ ਲੱਗਦਾ ਵੀ ਜੇ ਮੈਂ ਕੇਅਰਫੁਲੀ ਕੰਮ ਕਰੂੰਗਾ ਜਿੱਦਾਂ ਮਤਲਬ ਮੈਂ ਡਰ ਗਿਆ ਫਿਰ ਨਹੀਂ ਕਹਿਣਾ ਡਰ ਗਿਆ। ਯਾ ਡਰ ਗਿਆ ਵੀ ਇੱਕਦਮ ਧਿਆਨ ਨਾਲ ਕੰਮ ਕਰਨ ਜੇ ਤੁਹਾਨੂੰ ਮੰਨ ਲਓ ਕਿਸੇ ਮਸ਼ੀਨ ਤੇ ਕਿਸੇ ਦਾ ਐਕਸੀਡੈਂਟ ਵੀ ਕੰਮ ਮੋਟਾ ਹੋ ਵੀ ਜਾਵੇ ਕਦੇ ਤਾਂ ਫਿਰ ਉਹ ਕਿੱਦਾਂ ਕੇਅਰਫੁਲੀ ਕੰਮ ਨਹੀਂ ਕਰਦਾ। ਉਹਨੂੰ ਲੱਗਦਾ ਵੀ ਮੇਰੇ ਨਾਲ ਜਿਹੜਾ ਕਿ ਦੇਖਿਆ ਹੁਣ ਕਿੱਦਾਂ ਦੀ ਬਚਾ ਕੇ ਕੰਮ ਕਰਦਾ ਫਿਰ ਆਵਾਂ ਉਹ ਨਹੀਂ ਕੰਮ ਕਰਦਾ, ਫਿਰ ਲੱਤ ਬੰਦ ਹੋਣੀ ਆ ਆਪਦੀ। ਉਹਦਾ ਕਾਰਨ ਇਹ ਪਤਾ ਨਹੀਂ ਸਾਡੇ ਵਿੱਚ ਕਿੱਥੋਂ ਭਰਦੀਆਂ ਇਹ ਗੱਲਾਂ ਜਿਹੜੀਆਂ ਹੈਗੀਆਂ। ਡਰਨਾ ਜਿਹੜਾ ਹੈਗਾ ਮਾੜੀ ਗੱਲ ਹੁੰਦੀ ਆ, ਮਾਫੀ ਮੰਗ ਲੈਣੀ ਕਿਸੇ ਗੱਲ ਦੇ ਉੱਤੇ ਮਾੜੀ ਗੱਲ ਹੁੰਦੀ ਆ। ਤੁਹਾਡੀ ਆਪਣੀ ਪਰਸਨੈਲਿਟੀ ਡਿਵੈਲਪਮੈਂਟ ਵਾਸਤੇ ਦੋ ਚੀਜ਼ਾਂ ਦਾ ਹੋਣਾ ਬਹੁਤ ਇੰਪੋਰਟੈਂਟ ਹੋ। ਤੁਸੀਂ ਡਰਦੇ ਹੋਣੇ ਚਾਹੀਦੇ ਹੋ, ਤੁਹਾਨੂੰ ਮਾਫੀ ਮੰਗਣ ਦੀ ਜਾਂਚ ਹੋਣੀ ਚਾਹੀਦੀ ਹੈ। ਫਿਰ ਤੁਸੀਂ ਉਹ ਕਦੇ ਟੁੱਟ ਨਹੀਂ ਸਕਦਾ ਬੰਦਾ ਜਿਹਦੇ ਕੋਲੇ ਦੋਵੇਂ ਚੀਜ਼ਾਂ ਹੈ। ਜਿਹਦੇ ਕੋਲੇ ਦੋ ਆ ਨਾ ਉਹ ਨਵਾਂ ਕਰਨ ਤੋਂ ਕਦੇ ਘਬਰਾਊਗਾ ਨਹੀਂ। ਨਹੀਂ ਬਿਲਕੁਲ, ਕਿਉਂਕਿ ਨਵਾਂ ਕਰਨ ਦੇ ਵਿੱਚ ਰਿਸਕ ਹੋਣਾ ਹੈ, ਉਹਨੇ ਰਿਸਕ ਲੈ ਲੈਣਾ ਹੈ ਕਿਉਂਕਿ ਡਰ ਕੇ ਕਰਦਾ, ਸੰਭਲ ਕੇ ਕਰਦਾ ਹੈ, ਉਹਨੂੰ ਪਤਾ ਹੈ। ਫਿਰ ਉਹਨੂੰ ਪਤਾ ਹੈ ਵੀ ਜੇ ਗਲਤੀ ਹੋ ਗਈ ਮੈਂ ਹੋਰ ਕੁਝ ਹੋਵੇ ਨਾ ਹੋਵੇ ਮੈਂ ਸਿੱਖ ਤਾਂ ਜਾਊਂਗਾ ਨਾ, ਮੇਰਾ ਐਕਸਪੀਰੀਅੰਸ ਹੋ ਜਾਣਾ, ਮੈਨੂੰ ਪਤਾ ਲੱਗ ਜਾਣਾ ਵੀ ਇਹ ਰਾਹ ਨਵਾਂ ਸੀ, ਇਹਦੇ ਉੱਤੇ ਜਾਣ ਲੱਗਿਆ ਮੈਂ ਦੇਖ ਲਿਆ ਵੀ ਅੱਗੇ ਤੋਂ ਆਹ ਮੋੜ ਨਹੀਂ ਮੁੜਨਾ, ਮੈਂ ਮੁੜ ਕੇ ਗਲਤੀ ਨਹੀਂ ਕਰਨੀ। ਠੀਕ ਹੈ, ਨਹੀਂ ਇਸ ਚੀਜ਼ ਦਾ ਤਾਂ ਜਿਹੜੇ ਪੰਜਾਬ 'ਚ ਬੈਠੇ ਬੰਦੇ ਆ ਉਹਨਾਂ ਨੂੰ ਵੀ ਹੌਸਲਾ ਹੋਣਾ ਚਾਹੀਦਾ ਇਸ ਗੱਲ ਦੇ ਲਈ ਵੀ ਭਾਈ ਜੇ ਤੁਹਾਨੂੰ ਕਦੇ ਹਾਵੀ ਭਾਵੀ ਹੋਵੇ ਕੋਈ ਬੰਦੇ ਚਾਹ ਆ ਕੇ ਤੁਹਾਨੂੰ ਕਹਿ ਰਹੇ ਤਾਂ ਤੁਹਾਨੂੰ ਕਹਿਣ ਦੀ ਲਿਖਤੀ ਮਾਫੀ ਮੰਗੋ ਤਾਂ ਤੁਸੀਂ ਝੱਟ ਮੰਗੋ, ਕੋਈ ਫਰਕ ਨਹੀਂ ਲੱਗਦਾ। ਨਹੀਂ ਬਿਲਕੁਲ ਗਾਹਾਂ, ਕਿਉਂਕਿ ਗੱਲ ਆਪਣਾ ਫੋਕਸ ਆ ਜਿਹੜਾ ਵਾਰ-ਵਾਰ ਇਸ ਚੀਜ਼ ਦੇ ਉੱਤੇ। ਬਾਕੀ ਕੱਲ ਨੂੰ ਕੋਈ ਨਹੀਂ ਅੰਗਰੇਜ਼ ਹੋਣਾ ਦਾ ਪ੍ਰੋਗਰਾਮ ਹੈ, ਉਹ 'ਚ ਆਪਾਂ ਡਿਸਕਸ ਕਰ ਲਾਂਗੇ। ਤੇ ਬੁੱਧਵਾਰ ਨੂੰ ਤਾਂ ਹੋਣਾ ਹੀ ਆ ਤੇ ਵੀਰਵਾਰ ਨੂੰ ਵੀ। ਬਾਕੀ ਇਹਦੇ ਵਿੱਚ ਕੋਈ ਐਸੀ ਗੱਲ ਨਹੀਂ ਹੈਗੀ ਜਿਹੜੀ ਲੱਜਾ ਵਾਲੀ ਆ। ਠੀਕ ਹੈ, ਲੱਜਾ ਸਾਨੂੰ ਮਹਿਸੂਸ ਹੋਣੀ ਚਾਹੀਦੀ ਆ ਉਸ ਚੀਜ਼ ਦੇ ਉੱਤੇ। ਤੇ ਅੱਗੇ ਤੋਂ ਜੇ ਨਾ ਮੈਂ ਚਲੋ ਠੀਕ ਹੈ ਬਲਜਿੰਦਰ, ਠੀਕ ਹੈ, ਮੈਂ ਸਰੋਤਿਆਂ ਨੂੰ ਦੱਸਦਿਆਂ ਜੇ ਨਾ ਇਸ ਗੱਲ ਦੇ ਉੱਤੇ ਤੁਹਾਨੂੰ ਰਾਹ ਦੱਸ ਦਈਏ ਵੀ ਸਾਡੇ ਕੋਲ ਆਪਸ਼ਨਾਂ ਕਿਹੜੀਆਂ ਸੀ, ਤੁਹਾਡੀਆਂ ਅੱਖਾਂ ਚੰਦੇ ਆ ਜਾਣੀਆਂ ਤੇ ਸਾਡੇ ਕੋਲ ਹੋਰ ਕੀ ਰਾਹ ਸੀ, ਕੀ ਹੋ ਸਕਦਾ ਸੀ। ਫਲੋਰ ਦੀ ਗੱਲ ਕਰਦੇ ਅਸੀਂ, ਤੁਹਾਨੂੰ ਜੇ ਉਹਦੇ ਆਲੇ ਦੁਆਲੇ ਜਿਹੜੇ ਪੁਲਿਸ ਦੇ ਅਹੁਦੇਦਾਰ ਆ ਉਹਨਾਂ ਦੇ ਨਾਂ ਗਿਣਾ ਦਈਏ ਅਸੀਂ, ਤੁਸੀਂ ਪਿੱਟਣ ਲੱਗ ਪੈਣਾ। ਤੁਹਾਨੂੰ ਪਤਾ ਵੀ ਪੰਜਾਬ 'ਚ ਕਾਂਗਰਸ ਦੀ ਸਰਕਾਰ ਆ, ਜੇ ਕੁਝ ਹੋਇਆ ਆ, ਜੇ ਰਾਹ ਚੁਣਿਆ ਗਿਆ ਆ, ਉਹਦਾ ਕਾਰਨ ਆ ਸਾਡਾ ਕੋਈ। ਸਾਨੂੰ ਪਤਾ ਆ ਸਾਡੇ ਬਾਰੇ ਤਾਂ ਕਿਸੇ ਨੇ ਝੂਠੀ ਖਬਰ ਵੀ ਫੈਲਾ ਦਿੱਤੀ ਨਾ, ਉਹਦੇ ਬਾਰੇ ਵੀ ਏਦਾਂ ਚੱਕ ਕੇ ਅਖਬਾਰਾਂ ਚਲਾ ਦਿੰਦੇ ਆ। ਇਹ ਮੁੜ ਕੇ ਭਾਵੇਂ ਚੱਕਣੀਆਂ ਪੈਣ ਵੀਡੀਓ ਉਹਨਾਂ ਨੂੰ ਐਡਿਟ ਹੋਈਆਂ ਆ। ਸਾਨੂੰ ਪਤਾ, ਅਸੀਂ ਜਦੋਂ ਘੁੰਮਣ ਜਾਈਏ, ਅਸੀਂ ਅੰਗਰੇਜ਼ ਹੁਣੀ ਇੱਥੇ ਪਿਨਕਲ ਹੈਗੀਆਂ ਆ, ਚੂਟੀ ਆ ਉੱਚੀ, ਉੱਥੇ ਤੁਰ ਕੇ ਗਏ ਤੇ ਜਾਂਦੇ ਅਸੀਂ ਗੱਲ ਕਰਦੇ ਸੀ ਵੀ ਜੇ ਕਿਤੇ ਡਿੱਗ ਪੈ ਕੁਛ ਹੋ ਗਿਆ,
ਮੁੰਡਾ ਕਹਿੰਦਾ ਇੱਥੇ ਗੁਰਦੁਆਰਾ ਬਣਾਉਣਾ ਸੀਗਾ, ਸਮਾਨ ਨਹੀਂ ਹੋਣਾ, ਭਾਵੇਂ ਹੈਲੀਕਾਪਟਰ ਰਾਹੀਂ ਲੈ ਕੇ ਜਾਣੀ ਇਹਨਾਂ ਤਾਂ ਜ਼ਮੀਨ ਸੋਨੇ ਦੇ ਮੁੱਲ ਭਾਅ ਖਰੀਦ ਕੇ ਉੱਥੇ ਗੜਬੜ ਕਰਾਉਣੇ ਆ, ਪਤਾ ਹੈ ਸਾਨੂੰ। ਇਸ ਕਰਕੇ ਉਹ ਐਵੇਂ ਨਹੀਂ, ਅਸੀਂ ਬਿਨਾਂ ਸੋਚੇ ਸਮਝੇ ਨਹੀਂ ਫੈਸਲਾ ਲਿਆ, ਦੇਖ ਕੇ ਲਿਆ ਆ। ਔਰ ਸਾਰਿਆਂ ਦੇ ਲਈ ਇਹ ਚੀਜ਼ ਧੁੰਦੇ ਨੂੰ ਪੁੱਛ ਲਿਓ ਜੇ ਇਮਾਨਦਾਰ ਹੋਇਆ, ਨਹੀਂ ਤਾਂ ਜਿਹੜੇ ਬੰਦੇ ਮਨਦੀਪ ਵਰਨਨ ਹੋਣੀ ਆ, ਉਹਨਾਂ ਨੂੰ ਜਿੱਦਣ ਅਸੀਂ ਇਸ ਮਸਲੇ ਤੇ ਨਰਿੰਦਰ ਸਿੰਘ ਜੰਮੂ ਨਾਲ, ਅਮਰਜੀਤ ਸਿੰਘ ਚੰਦੀ ਨਾਲ, ਫਰੀਦਾਬਾਦ ਵਾਲੇ ਗਰੁੱਪ ਨਾਲ, ਘੱਗਾ ਜੀ ਹੋਣਾ ਨਾਲ, ਜੀਣ ਵਾਲੇ ਹੋਣਾ ਨਾਲ ਗੱਲ ਹੁੰਦੀ ਸੀ, ਇਹ 10 ਮਿੰਟ ਦਾ ਵਿਰੋਧ ਕਰਨੇ ਵਾਲੇ ਸਾਡੇ ਇਸੇ ਗੱਲੋਂ ਗੱਲ ਪੈਂਦੇ ਸੀ। ਗੁਰਦਰਸ਼ਨ ਸਿੰਘ ਗ੍ਰੰਥੀ ਆ ਅਮਰੀਕਾ ਤੋਂ, ਅੱਧਾ ਪੌਣਾ ਘੰਟਾ ਮੇਰੇ ਨਾਲ ਇਸ ਗੱਲ ਤੇ ਮਗਜ਼ਮਾਰੀ ਕੀਤੀ ਸੀ ਵੀ ਜੋ ਮਰਜ਼ੀ ਆ, ਧੁੰਦੇ ਨੂੰ ਜਾਣਾ ਨਹੀਂ ਚਾਹੀਦਾ। ਵਾਰ-ਵਾਰ ਅਸੀਂ ਇਹ ਕਿਹਾ ਸੀ ਵੀ ਜੇ ਧੁੰਦਾ ਨਹੀਂ ਗਿਆ, ਧੁੰਦਾ ਬਿਲਕੁਲ ਡਿਸਟਰੋਏ ਹੋ ਗਿਆ, ਉਸ ਗੱਲ ਦੇ ਉੱਤੇ ਕਰਕੇ ਫਿਨਿਸ਼ ਹੋ ਗਿਆ, ਮੰਨ ਲਓ ਅੜ ਗਿਆ, ਇਹਦੇ ਦੀਵਾਨ ਬੰਦ ਹੋ ਗਏ, ਮਗਰ ਮਿਸ਼ਨਰੀਆਂ ਨੇ ਆ ਕੇ ਸੱਚ ਬੋਲਣੋਂ ਹਟ ਜਾਣਾ, ਉਹਨੇ ਡਰ ਜਾਣਾ ਵੀ ਸਾਨੂੰ ਨੌਕਰੀ ਨਹੀਂ ਮਿਲਣੀ, ਸਾਨੂੰ ਸਟੇਜਾਂ ਨਹੀਂ ਮਿਲਣੀਆਂ ਜੇ ਅਸੀਂ ਕੋਈ ਗੱਲ ਕੀਤੀ ਤਾਂ। ਚਾਹੀਦਾ ਇਹ ਸੀ ਵੀ ਉੱਥੇ ਉਸ ਗੱਲ ਦੇ ਉੱਤੇ ਗਲਤੀ ਮੰਨ ਕੇ ਤੌਬਾ ਕਰਕੇ ਵੀ ਉਹ ਸ਼ਬਦ ਨਹੀਂ ਵਰਤਣੇ ਮੁੜ ਕੇ, ਉਹ ਗੱਲ ਨਹੀਂ ਕਹਿਣੀ ਮੁੜ ਕੇ, ਪਰ ਆਪਣਾ ਟੀਚਾ ਯਾਦ ਰੱਖਣਾ ਆ। ਪੁਜਾਰੀ ਦਾ ਕਬਜ਼ਾ ਆ 10 ਪਾਤਸ਼ਾਹੀਆਂ ਦੇ ਉੱਤੇ, ਗੁਰੂ ਗ੍ਰੰਥ ਸਾਹਿਬ ਦੇ ਉੱਤੇ, ਸ਼੍ਰੀ ਚੰਦੀਆਂ ਦਾ, ਨਿਰਮਲਿਆਂ ਦਾ ਕਬਜ਼ਾ ਆ। ਉਹਦੇ ਲਈ ਰਾਹ ਲੱਭਣਾ, ਆਪਾਂ ਕੁਛ ਨਵਾਂ ਖੜਾ ਕਰਕੇ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਦੇ ਅੰਦਰ ਜਿਹੜਾ 10 ਦਾ ਸੁਪਨਾ ਸੀ ਉਹਨੂੰ ਬਣਾ ਕੇ ਲੋਕਾਂ ਮੂਹਰੇ ਪੇਸ਼ ਕਰਨਾ, ਜਾਂ ਇਹਨਾਂ ਨੂੰ ਇੱਥੋਂ ਇਹਨਾਂ ਦੀ ਸਫਾਈ ਕਰਨੀ ਹੈ। ਉਹਦੇ ਲਈ ਰਾਹ ਲੱਭਣਾ ਕਿੱਦਾਂ ਕੀਤਾ ਜਾਵੇ, ਸਮਾਂ ਲੱਗੂਗਾ, ਦੇਖਾਂਗੇ, ਜੋ ਵੀ ਹੋਊਗਾ ਕਰਾਂਗੇ। ਆਪਾਂ ਇੰਨਾ ਨਹੀਂ ਹੈਗਾ ਵੀ ਇਹਦੇ ਨਾਲ ਕੁਝ ਅੜਚਨ ਜਿਹੜੀ ਆ ਬਹੁਤ ਜ਼ਰੂਰੀ ਹੁੰਦੀ ਹੈ। ਵੱਡੀਆਂ ਖਾਈਆਂ ਟੱਪਣ ਦੇ ਲਈ ਤੁਹਾਨੂੰ 20 ਕਦਮ 50 ਕਦਮ ਪਿੱਛੇ ਜਾਣਾ ਪੈ ਜਾਂਦਾ। 10 ਮੀਟਰ ਤੋਂ ਵੀ ਬੰਦੇ ਨੂੰ ਤੁਰੇ ਹੋਏ ਨੂੰ ਜਦੋਂ ਤੁਰਿਆ ਜਾਂਦਾ ਦੇਖਦਾ ਬੰਦਾ ਵੀ ਖਾਈ ਆ ਪਿੱਛੇ ਨੂੰ ਆਉਂਦਾ, ਫਿਰ 20 ਮੀਟਰ ਉੱਥੋਂ ਦੌੜ ਕੇ ਜਾਂਦਾ। ਇਹ ਝਾਲ ਹੁੰਦੀ ਆ। ਪੰਜਾਬ ਦੇ ਵਿੱਚ ਨਹਿਰਾਂ ਬੜੀਆਂ ਆ, ਹੁਣ ਜਿਹੜੀਆਂ 400 ਕਿਲੋਮੀਟਰ ਤੱਕ ਨਹਿਰਾਂ ਜਾਂਦੀਆਂ ਆ, ਉਹਦੀ ਜਿੱਥੋਂ ਤੁਰੀ ਆ, ਜਿਹੜੇ ਡੈਮ ਤੋਂ ਨਹਿਰ ਤੁਰੀ ਆ, ਉਹਦੀ ਧੁਰ ਤੱਕ ਇੰਨੀ ਢਲਾਣ ਨਹੀਂ ਕੋਈ ਦੇ ਸਕਦਾ। ਮੈਦਾਨੀ ਇਲਾਕੇ ਦੇ ਵਿੱਚ ਝਾਲ ਬਣਦੀ ਆ, ਨਹਿਰ ਜਾ ਰਹੀ, ਪਾਣੀ ਜਾ ਰਿਹਾ ਹੁੰਦਾ, ਜਿੱਥੇ ਉਹ ਪਾਣੀ ਦੀ ਚਾਲ ਹੌਲੀ ਹੁੰਦੀ ਆ ਉੱਥੇ ਬੰਨ੍ਹ ਲਾਉਂਦੇ ਆ, ਪਾਣੀ ਇਕੱਠਾ ਹੋ ਜਾਂਦਾ। 5-7-10 ਮੀਟਰ ਦਾ ਜਿੰਨਾ ਉੱਚਾ ਬੰਨ ਹੋਵੇ ਉਹਦੇ ਉੱਤੇ ਉਹ ਪਾਣੀ ਡਿੱਗਦਾ, ਮੁੜ ਕੇ ਪਾਣੀ ਫਿਰ ਤੇਜ਼ ਹੋ ਜਾਂਦਾ। ਇਹ ਝਾਲ ਹੁੰਦੀ ਆ। ਇਹਦੇ ਲਈ ਪੈਮਾਨਾ ਖਾਲਸਾ ਨਿਊਜ਼ ਵਾਲੇ ਨੇ ਨਹੀਂ ਲਾਉਣਾ, ਸਾਡੇ ਲਈ ਪ੍ਰਭਦੀਪ ਹੋਣਾ ਨੇ ਨਹੀਂ ਲਾਉਣਾ। ਸਾਨੂੰ ਪਤਾ ਉਹਨਾਂ ਦੀ ਅਕਲ ਦਾ ਜਨਾਜ਼ਾ। ਸਾਨੂੰ ਇਹ ਵੀ ਪਤਾ ਹੁੰਦਾ ਜਦੋਂ ਅਸੀਂ ਕਹਿੰਦੇ ਨਾ ਇਹ ਸਾਡੇ, ਅਸੀਂ ਡੁੱਗੀ ਵਜਾਈ ਦੀ ਆ, ਇਹ ਨੱਚਦੇ ਆ, ਸਾਡੇ ਚਲਾਇਆ ਚੱਲਦੇ ਆ, ਸਾਨੂੰ ਪਤਾ ਹੈ ਇਸ ਗੱਲ ਦਾ। ਇਸ ਕਰਕੇ ਗੱਲ ਤਾਂ ਚਲੋ ਮੈਂ ਤਾਂ 10 ਮਿੰਟ ਕਰਨੀ ਸੀ ਗੱਲ, ਟਾਈਮ ਜ਼ਿਆਦਾ ਹੋ ਗਿਆ, ਸੌਰੀ। ਜਿਹੜੇ ਦੋਸਤ ਫੇਸਬੁੱਕ ਤੇ ਹੈਗੇ ਆ ਉਹਨਾਂ ਨੂੰ ਬੇਨਤੀ ਆ ਕਿ ਸ਼ੇਅਰ ਕਰ ਦਿਓ ਤੁਸੀਂ, ਤਾਂ ਕਿ ਅੱਗੇ ਗਾਹਾਂ YouTube ਦੇ ਉੱਤੇ ਮੈਨੂੰ ਲੱਗਦਾ ਕੋਸ਼ਿਸ਼ ਕੀਤੀ ਸੀ ਅਸੀਂ ਇਹਨੂੰ ਚਲਾਉਣੇ ਦੀ, ਤੇ ਉਹ ਚੱਲ ਗਈ ਹੋਊਗੀ, ਜਿੱਦਾਂ ਵੀ ਹੋਇਆ ਪਤਾ ਲੱਗ ਜਾਊਗਾ। ਬਾਕੀ ਗੱਲ ਅਸੀਂ ਕੱਲ ਨੂੰ ਪ੍ਰੋਗਰਾਮ ਸਾਂਝ ਵਿਚਾਰਾਂ ਦੀ, ਅੰਗਰੇਜ਼ ਦਾ ਪ੍ਰੋਗਰਾਮ ਆ, ਉਹਦੇ ਵਿੱਚ ਜੇ ਕੋਈ ਗੱਲ ਹੋਈ ਅਸੀਂ ਕਰ ਲਾਂਗੇ। ਜਿਹੜੇ ਦੋਸਤ ਮਿੱਤਰ ਫੇਸਬੁੱਕ ਦੇ ਉੱਤੇ ਵਾਰ-ਵਾਰ ਪੁੱਛਦੇ ਆ, ਜਿਹੜੇ ਸਾਡੇ ਵਾਲੇ ਆ, ਉਹਨਾਂ ਨੂੰ ਬੇਨਤੀ ਆ ਏਦਾਂ ਨਾ ਕਰਿਆ ਕਰੋ ਕਿ ਤੁਹਾਨੂੰ ਸਾਰੀ ਗੱਲ ਉੱਥੇ ਲਿਖ ਕੇ ਕੋਈ ਦੱਸੇ ਵੀ ਹੋਇਆ ਕੀ, ਬਸ ਕੁਛ ਹੋਇਆ ਉਹਨੂੰ ਰਹਿਣ ਦਿਓ। ਇਹਦੇ ਨਾਲ ਪ੍ਰਭਾਸ ਮਿਲਦੀ ਆ। ਜਿਹੜਾ ਵਿਰੋਧੀ ਆ, ਜਿਹਨੂੰ ਢਾਉਣਾ ਚਾਹੁੰਦੇ ਆ, ਜਿਹਨੂੰ ਜੜ੍ਹਾਂ ਤੋਂ ਪੁੱਟਣਾ ਚਾਹੁੰਦੇ ਆ, ਉਖੇੜਨਾ ਚਾਹੁੰਦੇ ਆ, ਉਹਨੂੰ ਜੇਤੂ ਹੋਣ ਦਾ ਅਹਿਸਾਸ ਹੋਣਾ ਚਾਹੀਦਾ। ਨਹੀਂ ਤਾਂ ਬਹੁਤ ਕੁਝ ਕਰੂਗਾ, ਉਹ ਜ਼ਿਆਦਾ ਖਰਾਬੀ ਕਰੂਗਾ। ਜਦੋਂ ਉਹਨੂੰ ਏਦਾਂ ਦੀ ਘਟਨਾ ਕੋਈ ਵਾਪਰਦੀ ਆ, ਉਹਨੂੰ ਲੱਗਦਾ ਮੈਂ ਜਿੱਤ ਗਿਆ, ਉਹ ਤਸੱਲੀ ਨਾਲ ਬਹਿ ਜਾਂਦਾ, ਤੁਹਾਨੂੰ ਮੌਕਾ ਮਿਲ ਜਾਂਦਾ ਅਗਲੇਰੇ ਕੰਮ ਕਰਨ ਦਾ। ਲੜਾਈ ਦੇ ਵਿੱਚ ਕਈ ਤਰ੍ਹਾਂ ਦੀ ਸਟ੍ਰੈਟਜੀ ਵਰਤਣੀ ਪੈਂਦੀ ਆ, ਔਰ ਉਹਦੇ ਲਈ ਤਿਆਰ ਰਹੀਦਾ। ਤੁਹਾਡੀ ਸਟੇਟਮੈਂਟ ਦੇ ਉੱਤੇ ਕਿਸੇ ਨੇ ਨਹੀਂ ਕੋਈ ਵਿਆਖਿਆ ਕਰਨੀ ਹੁੰਦੀ, ਤੁਹਾਨੂੰ ਖੁਦ ਨੂੰ ਪਤਾ ਹੁੰਦਾ। ਫੈਸਲਾ ਆਪਾਂ ਕਰਾਂਗੇ, ਡਿਸੀਜਨ ਆਪਾਂ ਲਵਾਂਗੇ। ਕਈ ਵਾਰ ਕੁਛ ਨਾ ਕਰਨਾ ਵੀ, ਕੋਈ ਫੈਸਲਾ ਨਾ ਲੈਣਾ ਵੀ ਫੈਸਲਾ ਕਰਨਾ ਹੁੰਦਾ ਹੈ, ਸਾਡੀ ਮਰਜ਼ੀ।
ਥੈਂਕ ਯੂ ਤੁਹਾਡਾ ਟਾਈਮ ਕੱਢਣ ਦੇ ਲਈ। ਤੇ ਕਾਲਾਂ 1-2 ਹੋਰ ਆਈਆਂ ਸੀ ਪਰ ਅਸੀਂ ਇੰਨਾ ਚਿਰ ਗੱਲ ਨਹੀਂ ਕਰਨੀ। ਕੱਲ ਨੂੰ ਆਪਾਂ ਕਰ ਲਾਂਗੇ, ਬੁੱਧਵਾਰ ਨੂੰ ਸਿੱਖ ਪਾਤਸ਼ਾਹੀ ਪ੍ਰੋਗਰਾਮ ਦੇ ਵਿੱਚ ਚੰਗੀ ਤਰ੍ਹਾਂ ਜਿਹੜੀ ਕੋਈ ਗੱਲ ਕਰਨੀ ਹੋਈ ਕਰ। ਥੈਂਕ ਯੂ ਜੀ ਤੁਹਾਡਾ ਸਮਾਂ ਕੱਢਣ